संग दो कड़ियाँ, सतसंग दो कड़ियाँ, सत्संग दो कड़ियाँ, सत्संग दो कड़ियाँ, सतसंग दो कड़ियाँ, सतसंग दो कड़ियाँ, सत्संग दो कड़ियाँ, सत्संग दो कड़ियाँ। कोई करन नसीबा वाले सतसंग दो कड़ियाँ, करन नसीबा वाले सतसंग दो कड़ियाँ, करन नसीबा वाले सत्संग दो कड़ियाँ। कोई करन नसीबा वाले सत्संग दो कड़ियाँ, सतसंग दो कड़ियाँ, सतसंग दो कड़ियाँ, सत्संग दो कड़ियाँ, सत्संग दो कड़ियाँ, सतसंग दो कड़ियाँ, सतसंग दो कड़ियाँ, सत्संग दो कड़ियाँ, सत्संग दो कड़ियाँ। कोई करन नसीबा वाले, कोई करन नसीबा वाले, कोई करन नसीबा वाले, कोई करन नसीबा वाले, कोई करन नसीबा वाले सतसंग दो कड़ियाँ। कोई करते ने वटे भागा वाले सतसंग दो कड़ियाँ, कोई करन नसीबा वाले सत्संग दो कड़ियाँ। कोई करते ने वड्डे भागा वाले सत्संग दो कड़ियाँ। साधु संग पया मन उद्दम नाम रतन जस गाई, साधु संग पया मन उद्दम नाम रतन जस गाई, मिट गई चिंता सिमरे अनंता सागर तरया पाई, हृदय हर के चरण वसाई, सुख पाया सहज तुने उपजी रोगा कान मिटाई। क्या गुण तेरे आँख वखाना कीमत कहन ना जाई, नानक भगत पाए अबिनासी अपना प्रभ पया सहाई। साधु संगत कुलानु तारे कर ले तू मेरे मना, साधु संगत कुलानु तारे कर ले तू मेरे मना, संगत कुलानु तारे कर ले तू मेरे मना। साधु संगत कुलानु तारे कर ले तू मेरे मना। साधु संगत कुलानु तारे कर ले तू मेरे मना, साधु संगत कुलानु तारे कर ले तू मेरे मना। संगत कुलानु तारे कर ले तू मेरे मना। साधु संगत कुलानु तारे कर ले तू मेरे मना। कर ले तू मेरे मना, कर ले तू मेरे मना, कर ले तू मेरे मना। कर ले तू मेरे मना। कर ले तू मेरे मना, कर ले तू मेरे मना, कर ले तू मेरे मना। कर ले तू मेरे मना। साधु संगत कुलानु तारे कर ले तू मेरे मना, साधु संगत कुलानु तारे कर ले तू मेरे मना। संगत कुलानु तारे कर ले तू मेरे मना।
ਕੁਲਾਂ ਨੂੰ ਤਾਰੇ। ਕਰ ਲੈ ਤੂੰ ਮੇਰਿਆ ਮਨਾ। ਅੰਗੀਕਾਰ ਕੀਓ ਮੇਰੇ ਕਰਤੇ, ਗੁਰ ਪੂਰੇ ਕੀ ਵਡਿਆਈ। ਆਪ ਚਲ ਨੀਮ ਧਰੀ ਗੁਰੂ ਨਾਨਕ, ਨਿਤ ਨਿਤ ਚੜੇ ਸੁਬਾਈ। ਸੁਣੀ ਅਰਦਾਸ ਸੁਆਮੀ ਮੇਰਾ ਸਰਬ ਕਲਾ ਬਣਾਈ। ਪ੍ਰਗਟ ਭਈ ਸਗਲੇ ਜੁਗ ਅੰਤਰ, ਗੁਰੂ ਨਾਨਕ ਕੀ ਵਡਿਆਈ। ਤੈਂਡੀ ਬੰਦਸ ਮੈਂ ਕੋਈ ਨਾ ਡਿਠਾ, ਤੂੰ ਨਾਨਕ ਮਨ ਭਾਣਾ। ਘੋਲ ਕਮਾਈ ਤਿਸ ਮਿੱਤਰ ਵਿਚੋਲਾ, ਜੈ ਮਿਲ ਕੰਤ ਪਛਾਣਾ। ਗੁਰ ਸੇਵਾ ਤੇ ਸੁਖ ਉਪਜੈ, ਫਿਰ ਦੁੱਖ ਨ ਲੱਗਾ ਆਏ। ਜੰਮਣ ਮਰਨਾ ਮਿਟ ਗਿਆ, ਕਾਲੇ ਕਾ ਕਿਸ ਨਾ ਵਸਾਏ। ਮਨ ਸਾਚਾ ਮੁਖ ਸਾਚਾ ਸੋਏ, ਅਵਰ ਨ ਪੇਖਾ ਏਕਸ ਬਿਨ ਕੋਏ। ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਸੋ ਆਓ ਮਾਈ ਭਾਈ ਵੀਰ ਬਜ਼ੁਰਗ ਗੁਰਸਿੱਖ, ਜੋ ਮੇਰੇ ਪਾਤਸ਼ਾਹ ਜਗਤ ਗੁਰੂ ਨਾਨਕ ਦੇ ਦਰਬਾਰ ਵਿੱਚ ਹਾਜ਼ਰੀ ਭਰ ਕੇ ਜਨਮ ਸਫਲਾ ਕਰਕੇ ਕਰਮਾਂ ਬਣਾਉਣ ਵਾਸਤੇ ਪਹੁੰਚੇ ਹੋ, ਵੱਡੇ ਭਾਗਾਂ ਵਾਲੇ। ਅੱਜ ਪਹਿਲਾ ਦੀਵਾਨ ਹੈ, ਸੋ ਦੀਵਾਨ ਬ੍ਰਹਮ ਗਿਆਨੀ ਧੰਨ ਧੰਨ ਬਾਬਾ ਬੁੱਢਾ ਜੀ, ਉਹਨਾਂ ਦਾ ਅੱਜ ਅਵਤਾਰ ਦਿਹਾੜਾ ਹੈ। ਬਾਬਾ ਜੀ ਬ੍ਰਹਮ ਗਿਆਨੀ ਦਾ, ਜਿੱਥੋਂ ਬ੍ਰਹਮ ਗਿਆਨੀ ਦਾ ਮੁੱਢ ਵੱਜਿਆ, ਉਹ 10 ਗੁਰੂ ਸਾਹਿਬਾਂ ਦੇ ਵਿੱਚ ਬਾਬਾ ਬੁੱਢਾ ਜੀ ਹੋਏ, ਜਿੱਥੋਂ ਬ੍ਰਹਮ ਗਿਆਨ ਦਾ ਗਿਆਨ ਪ੍ਰਾਪਤ ਹੁੰਦਾ ਬੰਦੇ। ਅੱਜ ਬਾਬਾ ਬੁੱਢਾ ਜੀ ਦੇ ਅਵਤਾਰ ਦੀ ਤੁਹਾਨੂੰ ਵਧਾਈ ਹੋਵੇ, ਵਧਾਈ ਹੋਵੇ, ਲੱਖ ਲੱਖ ਮੇਰਾ ਵਧਾਈ ਹੋਵੇ। ਸੋ ਬਾਬਾ ਜੀ ਨੇ ਤਕਰੀਬਨ ਕਿਰਪਾ ਕੀਤੀ ਹੈ 500 ਤਕਰੀਬਨ 11 ਸਾਲ ਹੋ ਗਏ ਹੈ। ਤੇ ਗੁਰੂ ਸਾਹਿਬ ਨੇ ਸੁਖਮਨੀ ਸਾਹਿਬ ਫਰਮਾਨ ਕੀਤਾ, ਬ੍ਰਹਮ ਗਿਆਨੀ ਸਦ ਜੀਵ ਹੈ, ਨਹੀਂ ਮਰਦਾ। ਤੇ ਬਾਬਾ ਜੀ ਵੇਖੋ ਕਿੰਨੀ ਕਮਾਈ ਦੇ ਮਾਲਕ ਹੋਏ, ਅਥਾਹ ਕਮਾਈ। 12 ਸਾਲ ਦੀ ਉਮਰ ਵਿੱਚ ਬੰਦੇ ਬੱਚੇ ਨੂੰ ਸੂਹ ਪੂਰੀ ਹੁੰਦੀ ਹੈ, ਪਰ 12 ਸਾਲ ਦੀ ਉਮਰ ਵਿੱਚ ਮਾਇਆ ਪੈਣੀ ਸ਼ੁਰੂ ਹੋ ਜਾਂਦੀ ਬੱਚੇ। 12 ਸਾਲ ਦੀ ਉਮਰ ਵਿੱਚ ਤੇ ਬਾਬਾ ਜੀ ਬਖਸ਼ ਕਰਦੇ, 12 ਸਾਲ ਦਾ ਬੱਚਾ ਜੇ ਗੁਰੂ ਧਾਰਨ ਕਰ ਲੇ, ਗੁਰੂ ਦਾ ਨਾਮ ਜਪੇ, ਅੰਤ ਮੌਕੇ ਨੂੰ ਨਾਮ ਜਪਦਾ ਜਪਦਾ ਸਿੱਧਾ ਸੱਚਖੰਡ ਨੂੰ ਜਾਂਦਾ। ਤੇ ਦੂਸਰੇ ਜਨਮ ਵਿੱਚ ਸੱਚਖੰਡ ਚੋਂ ਆਣ ਕੇ ਜਨਮ ਲੈ ਕੇ ਦੁਨੀਆ ਨੂੰ ਸੱਚਖੰਡ ਜਾਣ ਵਾਲਾ ਬਣ ਜਾਂਦਾ। ਵੱਡੇ ਬਾਬਿਆਂ ਦਾ ਵਚਨ ਆਨੰਦ ਸਰੋਵਰ ਵਿੱਚ ਲਿਖਿਆ ਹੋਇਆ। ਜੀਵਨ ਵਿੱਚ 12 ਸਾਲ ਦੀ ਉਮਰ ਵਿੱਚ ਮਾਇਆ ਪੈਣ ਲੱਗਦੀ ਬੱਚੇ ਤੇ ਬਾਬਾ ਜੀ ਨੂੰ 12 ਸਾਲ ਦੀ ਉਮਰ ਵਿੱਚ ਗੁਰੂ ਨਾਨਕ ਦੇ ਦਰਸ਼ਨ ਹੋਏ। ਮਾਲ ਚਾਰਦੇ ਸੀ, ਪਸ਼ੂ ਚਾਰਦੇ ਸੀ। ਉਹ ਇਤਿਹਾਸ ਵਿੱਚ ਤਾਂ 2 ਵਚਨ ਲਿਖੇ ਆ ਵੀ ਬਾਬਾ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਧਰਤੀ ਤੇ ਆਏ ਸੀ
ਬਾਬਾ ਜੀ ਗੁਰੂ ਨਾਨਕ ਸਾਹਿਬ ਕਰਤਾਰਪੁਰ ਤੋਂ। ਤੇ ਉੱਥੇ ਜਦੋਂ ਬਾਬਾ ਜੀ ਆਏ ਤੇ ਮਾਲ ਚਾਰਦੇ ਸੀ ਬਾਬਾ ਬੁੱਢਾ ਜੀ, ਤੇ 12 ਸਾਲ ਦੀ ਉਮਰ ਸੀ। ਹੋਰ ਵੀ ਨਾਲ ਸੀ ਬੱਚੇ, ਪਰ ਬਾਬਾ ਜੀ ਨੂੰ ਆਖਿਆ ਜੀ ਮੇਰੇ ਤੇ ਕਿਰਪਾ ਕਰੋ, ਮੈਨੂੰ ਰੱਬ ਦਾ ਰਸਤਾ ਵਿਖਾਓ। ਇਉਂ ਆ ਤੇ ਬਾਬਾ ਜੀ ਕਹਿਣ ਲੱਗੇ ਤੇਰਾ ਨਾਂ ਕੀ ਜੀ? ਮੇਰਾ ਨਾਂ ਬੂੜਾ ਸਿੰਘ ਹੈ। ਬੂੜਾ ਆਖਿਆ। ਬਾਬਾ ਜੀ ਕਹਿੰਦੇ ਨਾਂ ਤਾਂ ਤੇਰਾ ਬੂੜਾ ਹੈ, ਪਰ ਗੱਲਾਂ ਸਿਆਣਿਆਂ ਵਾਲੀ ਕਰਦਾ, ਬੁੱਢਿਆਂ ਵਾਲੀਆਂ ਕਰਦਾ। ਉਦੋਂ ਬਚਨ ਕੀਤਾ, ਬੁੱਢਿਆਂ ਵਾਲੀਆਂ ਗੱਲਾਂ ਕਰਦਾ। ਕਹਿਣ ਲੱਗਾ ਜੀ ਮਾਤਾ ਇੱਕ ਦਿਨ ਕਹਿੰਦੀ ਸੀ ਵੀ ਅੱਗ ਮਚਾ, ਤੇ ਮੈਂ ਵੱਡੀ ਲੱਕੜ ਲਾਤੀ ਚੁੱਲ੍ਹੇ 'ਚ, ਅੱਗ ਮੱਚੇ ਹੀ ਨਾ। ਮਾਤਾ ਕਹਿੰਦੀ ਪੁੱਤਰ ਛੋਟੀਆਂ ਛੋਟੀਆਂ ਅੱਗਾਂ ਦੇ ਨਾਲ ਫਿਰ ਵੱਡੀ ਲੱਕੜ ਨੂੰ ਅੱਗ ਲੱਗਦੀ ਹੈ। ਤੇ ਉੱਥੋਂ ਮੈਨੂੰ ਗਿਆਨ ਹੋ ਗਿਆ ਵੀ ਮੈਂ ਵੀ ਛੋਟਾ, ਜੇ ਹੁਣ ਗਿਆਨ ਮਿਲੂਗਾ ਤਾਂ ਫਿਰ ਵੱਡੇ ਹੋਏ ਨੂੰ ਮਿਲੂਗਾ। ਬਾਬਾ ਜੀ ਬਹੁਤ ਖੁਸ਼ ਹੋਏ ਤੇ ਫਿਰ ਬਾਬਾ ਜੀ ਨੂੰ ਆਖਿਆ ਜੀ ਸਾਡੇ ਕੋਲੇ ਲੜ ਬੰਨਿਆ ਪ੍ਰਸ਼ਾਦਾ ਹੈ, ਛਕੋ। ਸੋ ਬਾਬਾ ਜੀ ਨੇ ਜਿਹੜੀ ਛਕਿਆ ਬਾਬਾ ਬੁੱਢਾ ਜੀ ਤੋਂ ਪੁੱਛਿਆ ਤੇ ਸਿਰ ਤੇ ਹੱਥ ਧਰਿਆ। ਬਾਬਾ ਜੀ ਨੇ ਆਖਿਆ ਚੰਗਾ ਤੂੰ ਤਾਂ ਪੁਰਾਣਾ ਕੋਈ ਸਾਡਾ ਬੁੱਢਾ ਹੀ ਹੈ। ਬਸ ਉੱਥੋਂ ਨਾਮ ਬੁੱਢਾ ਪਾ ਗਿਆ, ਨਿਰੰਕਾਰ ਨੇ ਨਾਂ ਰੱਖਿਆ। ਇੱਕ ਤਾਂ ਇਤਿਹਾਸ ਵਿੱਚ ਇਉਂ ਹੈ ਵੀ ਜਦੋਂ ਬਾਬਾ ਜੀ ਨੇ ਆ ਬਚਨ ਹੋਏ, ਬਾਬਾ ਜੀ ਦਾ ਦੀਵਾਨ ਸਜਿਆ, ਬਾਬਾ ਬੁੱਢਾ ਜੀ ਅਗਲੇ ਦਿਨ ਆਏ, ਘਰੋਂ ਕੁੱਜੀ ਚੱਕ ਲਿਆ ਘਿਓ ਦੀ, ਕੁੱਜੀ ਚ ਬਾਂਧ ਘਿਓ, ਤੇ ਚੋਰੀ ਚੱਕ ਲਿਆਈ। ਤੇ ਮਾਤਾ ਜੀ ਨੂੰ ਪਤਾ ਲੱਗਿਆ, ਮਾਤਾ ਜੀ ਮਗਰ ਹੀ ਭੱਜੇ। ਤੇ ਬੱਚੇ ਦੀ ਭਾਜ ਬਹੁਤ ਹੁੰਦੀ ਹੈ 12 ਸਾਲ ਦੀ। ਮਾਤਾ ਜੀ ਹੌਲੀ ਆ ਰਹੇ ਸੀ, ਪਰ ਬਾਬਾ ਜੀ ਕੋਲੇ ਆਏ ਤੇ ਘਿਓ ਦੀ ਕੁੱਜੀ ਰੱਖ ਕੇ ਮੱਥਾ ਟੇਕਿਆ। ਬਾਬਾ ਜੀ ਕਹਿੰਦੇ ਇਹ ਕਹਿਣ ਲੱਗੇ ਜੀ ਤੁਹਾਡੇ ਛਕਣ ਨੂੰ ਲਿਆਇਆ ਤੇ ਤੁਸੀਂ ਭੋਗ ਲਾਓ, ਛਕੋ। ਹਜ਼ੂਰ ਕਹਿੰਦੇ ਹੋਰ ਕੇ ਬਚਨ? ਤੇ ਜਦੋਂ ਵੇਖਿਆ ਕਹਿਣ ਲੱਗੇ ਜੀ ਮੈਨੂੰ ਬਚਾਇਓ, ਮੇਰੀ ਮਾਂ ਕੁੱਟੂਗੀ, ਮੇਰੀ ਮਾਤਾ ਮਗਰ ਆ ਰਹੀ ਹੈ। ਬਾਬਾ ਜੀ ਕਹਿੰਦੇ ਸਾਡੇ ਸਾਹਮਣੇ ਬਹਿ ਜਾ, ਕਰਤਾਰ ਚਿੱਤ ਆਵੇ। ਸਾਹਮਣੇ ਹੋ ਕੇ ਬਹਿ ਕੇ ਬਾਬਾ ਜੀ ਦਾ ਧਿਆਨ ਧਰਨੇ 12 ਸਾਲ। ਤੇ ਬਾਬਾ ਜੀ ਦਾ ਧਿਆਨ ਚ ਹੀ ਰਹੀ ਸਾਡੇ ਚ। ਤੇ ਬਾਬਾ ਜੀ ਨੇ ਜਦੋਂ ਨੇੜੇ ਹੋਏ ਤੇ ਬਾਬਾ ਜੀ ਨੇ ਉਹਦੇ ਦੋਨੀ ਪਾਸੇ ਹੱਥ ਫੇਰਿਆ ਦਾੜੀ ਦੇ। ਤੇ ਬਾਬਾ ਜੀ ਕਹਿੰਦੇ ਕੱਲ ਤੈਨੂੰ ਬੁੱਢਾ ਆਖਿਆ ਸੀ, ਅੱਜ ਤੇਰੇ ਦਾੜੀ ਆ ਗਈ ਆ। ਉਦੋਂ ਥੋੜੀ ਥੋੜੀ ਦਾੜੀ ਆ ਗਈ ਹੱਥ ਫੇਰਨ ਦੇ ਨਾਲ। ਤੇ ਮਾਤਾ ਆਈ, ਮਾਤਾ ਨੇ ਕਹੀ ਇੱਥੇ ਮੇਰਾ ਮੁੰਡਾ ਆਇਆ ਕੁੱਜੀ ਘਿਓ ਦੀ ਲੈ ਕੇ। ਬਾਬਾ ਜੀ ਕਹਿਣ ਲੱਗੇ ਮਾਤਾ ਕੁੱਜੀ ਤਾਂ ਪਈ ਹੈ ਘਿਓ ਦੀ, ਜਿਹੜਾ ਤੇਰੇ ਇੱਥੇ ਮੁੰਡਾ ਹੈ ਕਿ ਉਹਨੂੰ ਸਿਆਣ ਲੈ ਤੇ ਲੈ ਜਾ। ਮਾਤਾ ਨੇ ਬਾਬਾ ਬੁੱਢਾ ਜੀ ਵੱਲ ਵੇਖਿਆ, ਸਾਰਿਆਂ ਵੱਲ ਵੇਖਿਆ, ਨਹੀਂ ਪਤਾ। ਬਾਬਾ ਜੀ ਕਹਿੰਦੇ ਇਹੀ ਹੈ, ਕਹਿੰਦੀ ਇਹ ਤਾਂ ਦਾੜੀ ਆਈ ਹੈ। ਬਾਬਾ ਜੀ ਕਹਿੰਦੇ ਜਮਾਂਦਰੂ ਹੀ ਬੁੱਢਾ ਹੈ, ਪਹਿਲੇ ਜਨਮ ਦਾ ਬੁੱਢਾ। ਇਹ ਵੀ ਇਤਿਹਾਸ ਲਿਖਿਆ। ਫਿਰ ਬਾਬਾ ਜੀ ਕਹਿੰਦੇ ਮਾਤਾ ਕੁਛ ਕਹੀ ਨਾ, ਇਹ 4 ਯੁੱਗ ਦਾ ਸਾਡੇ ਨਾਲ ਆ ਰਿਹਾ, ਇਹ 4 ਯੁੱਗ ਦਾ ਕਹੀ ਨਾ। ਅਸੀਂ ਜਿਹੜਾ ਬੰਦਾ ਸੰਗਤ ਕਰਦਾ ਹੈ, ਰੰਗ ਚੜ੍ਹਦਾ, ਜਿਹਨੂੰ ਬ੍ਰਹਮ ਗਿਆਨ ਆਉਂਦਾ, ਇਸ ਤੋਂ ਉਹਦੀ ਨਿਉ ਰਖਾਉਣੀ ਹੈ।
ਤੁਸੀਂ ਸੰਗਤ ਕਰਦੇ ਆ, ਸੰਗਤ ਕਰਦਿਆਂ ਕਰਦੇ ਜਿਹੜੀ ਬ੍ਰਹਮ ਗਿਆਨ ਆ ਨਾ, ਉਹ ਬਾਬੇ ਬੁੱਢੇ ਤੋਂ ਨਿਉਰ ਖਾਈ ਆ। ਜੇ ਗੁਰਸਿੱਖ ਬਣਨਾ ਹੋਵੇ ਤਾਂ ਭਾਈ ਗੁਰਦਾਸ ਦਾ ਇਤਿਹਾਸ ਪੜ੍ਹਨਾ ਪੈਂਦਾ, ਤੇ ਜੇ ਬਾਬਾ ਬੁੱਢਾ ਜੀ ਬ੍ਰਹਮ ਗਿਆਨੀ ਬਣਨਾ ਹੋਵੇ ਤਾਂ ਬਾਬਾ ਜੀ ਦੀ ਸੰਗਤ ਦਾ ਇਤਿਹਾਸ ਪੜ੍ਹਨਾ ਪੈਂਦਾ। ਤੇ ਬਾਬਾ ਬੁੱਢਾ ਜੀ 12 ਸਾਲ ਦੀ ਹੌਲੀ ਹੌਲੀ ਉਮਰ ਵਿੱਚ ਪਹਾੜ ਦੇ ਕਰਤਾਰਪੁਰ ਜਾਣ ਲੱਗੇ, ਤੇ ਬਾਬਾ ਲਹਿਣਾ ਜੀ ਬਹੁਤ ਮਗਰੋਂ ਆਏ ਆ, ਬਹੁਤ। ਤੇ ਜਦੋਂ ਗੱਦੀ ਦਿੱਤੀ ਨਾ, ਉਸ ਤੇ ਉੱਥੇ ਆਖਿਆ ਪੁਰਖਾ ਇਸ ਪੁਰਖ ਨੂੰ ਤਿਰਕ ਦੇ ਦੇ। ਬਾਬਾ ਲਹਿਣਾ ਜੀ ਨੂੰ, ਬਾਬਾ ਬੁੱਢਾ ਜੀ ਨੂੰ ਆਖਿਆ ਕਰਤਾਰਪੁਰ। ਜਦੋਂ ਬਾਬਾ ਬੁੱਢਾ ਜੀ ਉੱਠੇ, ਗੱਦੀ ਦਾ ਤਿਲਕ ਤਾਂ ਦੇਤਾ, ਗੁਰੂ ਨਾਨਕ ਸਾਹਿਬ ਨੇ 5 ਪ੍ਰਕਰਮਾਂ ਕੀਤੀਆਂ, ਨਾਰੀਅਲ 5 ਪੈਸੇ ਮੱਥਾ ਟੇਕ ਕੇ ਤੇ ਨਾਲ ਹੱਥ ਜੋੜ ਕੇ ਸਨਮੁਖ ਕੇ ਸਾਹਮਣੇ ਖੜ ਕੇ ਹੀ ਮੱਥਾ ਟੇਕਿਆ ਬਾਬਾ ਗੁਰੂ ਨਾਨਕ ਸਾਹਿਬ ਨੇ। ਤੇ ਬਾਬਾ ਜੀ ਸਨਮੁਖ ਹੋ ਕੇ ਕਹਿਣ ਲੱਗੇ ਸੰਗਤਾਂ ਨੂੰ, ਭਾਈ ਸਾਧ ਸੰਗਤ, ਅਸੀਂ ਦਰਗਾਹ ਨੂੰ ਜਾਣਾ, ਜੇ ਕਿਸੇ ਨੇ ਸਾਡੇ ਦਰਸ਼ਨ ਕਰਨੇ ਹੋਣ ਤਾਂ ਸਾਡੀ ਜਿਹੜੀ ਜੋਤ ਹੈ ਬਾਬਾ ਜੀ ਬਾਬਾ ਲਹਿਣਾ ਵਿੱਚ ਪ੍ਰਵੇਸ਼ ਹੋ ਗਈ। ਸਾਡੀ ਜੋਤ ਦੇ ਦਰਸ਼ਨ ਕਰਨੇ ਹੋਣ ਤਾਂ ਬਾਬਾ ਲਹਿਣਾ ਜੀ ਦੇ ਕਰੇ। ਜਿਹੜਾ ਬਾਬਾ ਲਹਿਣਾ ਜੀ ਨੂੰ ਸਾਡਾ ਰੂਪ ਮੰਨੂ, ਉਹਨੂੰ ਸਾਡੀ ਖੁਸ਼ੀ ਹੋਊਗੀ। ਉੱਥੇ ਭਾਈ ਪੈੜਾ, ਭਾਈ ਮੋਖਾ, ਕੁਝ ਇੱਕ 2-4 ਸਿੱਖਾਂ ਨੇ ਮੱਥਾ ਟੇਕਿਆ, ਪਰ ਸਾਰਿਆਂ ਨੇ ਨਹੀਂ ਟੇਕਿਆ। ਉਹਨਾਂ ਦੇ ਵਿੱਚੋਂ ਵੀ ਸਭ ਤੋਂ ਪਹਿਲਾਂ ਬਾਬਾ ਬੁੱਢੇ ਨੇ ਮੱਥਾ ਟੇਕਿਆ, ਸਭ ਤੋਂ ਪਹਿਲਾਂ। ਕੋਲੇ ਖੜੇ ਗੁਰੂ ਨਾਨਕ ਸਾਹਿਬ। ਪਰ ਕੁਝ ਕੁ ਪ੍ਰੇਮੀਆਂ ਨੇ ਇਹ ਗੱਲ ਕਹੀ ਬਾਬਾ ਬੁੱਢਾ ਜੀ ਨੂੰ ਵੀ ਤੁਸੀਂ ਨਿੱਕੇ ਹੁੰਦੇ ਸੰਗਤ ਕਰਦੇ ਰਹੇ, ਇਹ ਹੁਣੀ ਆਇਆ 7 ਸਾਲ ਹੋਇਆ, ਥੋੜਾ ਚਿਰ ਹੋਇਆ, ਤੁਸੀਂ ਪੁਰਾਣੇ ਆ, ਵੀ ਤੁਸੀਂ ਮੱਥਾ ਕਿਉਂ ਟੇਕਿਆ? ਗੁਰੂ ਨਾਨਕ ਸਾਹਿਬ ਕਹਿੰਦੇ, ਬਾਬਾ ਬੁੱਢਾ ਜੀ ਕਹਿੰਦੇ, ਮੈਂ ਸਰੀਰ ਦਾ ਪਾਸ਼ਕ ਨਹੀਂ ਹੈ, ਮੈਂ ਜੋਤ ਦਾ ਪਾਸ਼ਕ, ਜੋਤ ਦਾ ਪਾਸ਼ਕ। ਤੇ ਮੈਂ ਜਿੱਧਰ ਨੂੰ ਗੁਰੂ ਨਾਨਕ ਦੀ ਜੋਤ ਜਾਊ, ਮੈਂ ਉਧਰ ਹੀ ਜਾਊ, ਉਧਰ ਹੀ ਜਾਊ। ਮੈਨੂੰ ਸਰੀਰ ਨਜ਼ਰ ਨਹੀਂ ਆਉਂਦਾ, ਵੇਖੋ ਮੈਨੂੰ ਸੱਚਖੰਡ ਦੀ ਜੋਤ ਨਜ਼ਰ ਆਉਂਦੀ ਹੈ। ਸਰੀਰ ਦੀ ਅਦਲਾ ਬਦਲੀ ਨਹੀਂ ਹੋਈ ਹੈ। ਤੇ ਉਹ ਚਾਹੇ ਮੈਂ ਮੱਥਾ ਜੋਤ ਨੂੰ ਟੇਕਿਆ, ਨਿਰੰਕਾਰ ਨੂੰ, ਬਹੁਤ ਵੱਡੀ ਗੱਲ ਹੈ। ਮੈਂ ਅਕਾਲ ਪੁਰਖ ਨੂੰ ਮੱਥਾ ਟੇਕਿਆ, ਇਹ ਵਚਨ ਕਰਿਆ। ਤੇ ਬਾਬਾ ਜਦੋਂ ਮੱਥਾ ਟੇਕਿਆ, ਉਹ ਟਾਈਮ ਤੇ ਗੁਰੂ ਨਾਨਕ ਸਾਹਿਬ ਨੇ ਬਾਬਾ ਬੁੱਢਾ ਜੀ ਨੂੰ ਆਖਿਆ, ਤੇਰੇ ਉੱਤੇ ਸਭ ਤੋਂ ਜ਼ਿਆਦਾ ਅਕਾਲ ਪੁਰਖ ਦੀ ਮਿਹਰ ਵੀ ਹੈ। ਬਹੁਤ ਵਧੀਆ ਵਚਨ। ਜੇ ਅਕਾਲ ਪੁਰਖ ਨੂੰ ਮੱਥਾ ਟੇਕਿਆ, ਜਿਹਨੂੰ ਮੱਥਾ ਟੇਕੀਏ ਉਹਦੀ ਮਿਹਰ ਵੀ ਹੁੰਦੀ ਹੈ। ਸਰੀਰ ਨਹੀਂ ਨਜ਼ਰ ਆਇਆ, ਵੇਖੋ ਐਵੇਂ ਸਮਾਂ ਪਿਆ। ਬਾਬਾ ਲਹਿਣਾ ਜੀ ਦੀ ਸੰਗਤ ਕਰਦੇ ਰਹੇ, ਹੋਰ ਨੇੜੇ ਹੁੰਦੇ ਰਹੇ। ਸਮਾਂ ਪੈ ਗਿਆ, ਮਗਰੋਂ ਆਏ ਅਮਰਦਾਸ ਸਤਿਗੁਰੂ, ਮਗਰੋਂ 12 ਸਾਲ ਗਾਗਰ ਢੋਈ। ਪਰ ਉਦੋਂ ਪਹਿਲਾਂ ਬਾਬਾ ਬੁੱਢਾ ਜੀ ਸੰਗਤ ਸੇਵਾ ਕਰਦੇ ਰਹੇ, ਉਦੋਂ ਪਹਿਲਾਂ ਦੇ ਸੀ। ਤੇ ਇਹ ਬਿਮਾਰੀ ਬਹੁਤ ਬਣ ਜਾਂਦੀ ਚੇਲਿਆਂ ਨੂੰ, ਬਹੁਤ ਡੇਰਿਆਂ ਦੇ ਵਿੱਚ, ਵੀ ਹੱਦ ਹੋ ਗਈ, ਮੈਂ ਪਹਿਲਾਂ ਦਾ ਆਇਆ, ਇਹ ਮੂਹਰੇ ਹੋ ਰਿਹਾ। ਕਹਿੰਦੇ ਜਿਹੜੀ ਈਰਖੇ ਦੀ ਬਿਮਾਰੀ ਹੈ, ਕੋੜ ਨੂੰ ਵੀ ਭੈੜੀ ਹੈ। ਬੰਦੇ ਦੀ ਬੰਦਗੀ ਕੀਤੀ ਹੋਈ ਕਹਿੰਦੇ ਰਾਖ ਬਣਾ ਦਿੰਦੀ, ਰਾਗ
ਕਈਆਂ ਨੇ ਬਾਬਾ ਜੀ ਦੀ ਸੰਗਤ ਕੀਤੀ, ਵੱਡੇ ਬਾਬਿਆਂ ਦੀ ਬਹੁਤ ਜ਼ਿਆਦਾ ਸੇਵਾ ਵੀ ਕੀਤੀ, ਬਹੁਤ ਕੋਲੇ ਵੀ ਰਹੇ। ਕੋਲੇ ਕਈ ਮੌਕੇ ਬਾਬਾ ਜੀ ਨੇ ਉਸ ਬੰਦੇ ਨੂੰ ਕਹਿਣਾ ਵੀ ਸੰਗਤ ਆਈ ਹੈ ਪਿੰਡ ਦੀ, ਇਹ ਕਹਿੰਦੀ ਸਾਡੇ ਬਿਮਾਰੀ ਪਈ ਹੈ ਪਲੇਗ ਦੀ, ਜਦੋਂ ਤੂੰ ਅਰਦਾਸ ਕਰਦਾ ਨਾ ਤੇਰੀ ਅਰਦਾਸ ਪੂਰੀ ਹੋ ਜਾਂਦੀ ਹੈ। ਉਹ ਸੀ ਬਾਬਾ ਰਤਨ ਸਿੰਘ ਡਰੋਲੀ, ਅੰਦਰ ਗੁਰੂ ਸਾਹਿਬ ਦੇ ਨਾਲ ਸੇਵਾ ਕਰਾਉਂਦਾ ਸੀ। ਤੇ ਬਾਬਾ ਜੀ ਨੇ ਕਈ ਮੌਕੇ ਐ ਕਹਿੰਦਾ ਵੀ ਅਰਦਾਸ ਕਰਦੇ, ਬਾਬਾ ਜੀ ਨੇ ਕਹਿਣਾ ਬਾਬੇ ਡਰੋਲੀ ਤੋਂ ਅਰਦਾਸ ਕਰਾ ਲਓ, ਥੋੜਾ ਸਾਰਾ ਪਿੰਡ ਹੀ ਤਰ ਜੂ। ਚਲੋ ਸਮਾਂ ਪੈ ਜਾਣਾ, ਠੀਕ ਹੈ। ਜਦੋਂ ਬਾਬਾ ਜੀ ਨੇ ਕਈ ਵਚਨ, ਬਾਬਾ ਜੀ ਇੱਕ ਵਾਰੀ ਕਹਿਣ ਲੱਗੇ ਅਸੀਂ ਬਾਹਰ ਆਉਣਾ, ਆਸਣ ਲਾਓ, ਧੁੱਪੇ ਆਸਣ ਲਾਓ। ਤੇ ਬਾਬਾ ਡਰੋਲੀ ਜੀ ਪੁੱਛੋ ਵਾਲਿਆਂ ਦੀ ਸੰਗਤ ਵੀ ਕਰਦੇ ਸੀ, ਪੁੱਛੋ ਵਾਲੇ ਬਾਬਾ ਬਹੁਤ ਉੱਥੇ ਰਹੇ ਵੀ, ਪੁੱਛੋ। ਫਿਰ ਬਾਬਾ ਜੀ ਦੀ ਸੰਗਤ ਮਿਲੀ, ਬਾਬਾ ਜੀ ਬਹੁਤ ਚਿਰ ਮਗਰੋਂ ਆਏ, ਬਹੁਤ ਚਿਰ। ਬਾਬਾ ਜੀ 33 ਵਿੱਚ ਆਏ ਤੇ 27 ਦੇ ਵਿੱਚ ਹੀ ਬਾਬਾ ਡਰੋਲੀ ਜੀ ਆ ਗਏ ਸੀ ਬਾਬਿਆਂ ਕੋਲੇ। ਤੇ ਉਦੋਂ ਪਹਿਲਾਂ ਵੀ ਆਉਂਦੇ ਜਾਂਦੇ ਸੀ, ਪੁੱਛੇ ਵਾਲੇ ਬਾਬਾ ਜੀ ਕੋਲ 27 ਚ ਸੀਗੇ, ਉੱਥੇ ਰਹੇ ਪਰਿਵਾਰ ਵੀ ਤੇ ਇੰਨਾ ਚਿਰ ਦੇ ਪੁਰਾਣੇ। ਪਰ ਬਾਬਾ ਜੀ ਨੇ ਕਹਿਣਾ ਸਾਡਾ ਆਸਣ ਲਾਓ, ਤੇ ਬਾਬੇ ਡਰੋਲੀ ਨੇ ਬਾਬਾ ਈਸ਼ਰ ਨੂੰ ਛੋਟੇ ਸੀ 19-20 ਸਾਲ, 17 ਸਾਲ ਦੀ ਉਮਰ ਤਾਂ ਪੱਕੀ ਰਹਿਣ ਲੱਗੇ ਨਾ, 19-20 ਸਾਲ ਦੀ ਉਮਰ ਵਿੱਚ ਕਹਿਣਾ ਇੱਥੇ ਪਾਣੀ ਛਿੜਕੋ, ਆਸਣ ਲਾਓ। ਬਾਬਾ ਜੀ ਰੱਬ ਬਾਬਾ ਈਸ਼ਰ ਸਿੰਘ ਮਹਾਰਾਜ, ਬਾਬਾ ਨੇ ਐਸੀ ਕਮਾਈ ਕਰਨੀ, ਵੱਡੇ ਬਾਬਾ ਨੇ ਜਦੋਂ ਆਸਣ ਲਾਉਣਾ ਵਧੀਆ ਆਸਣ ਲਾਉਣਾ। ਕਈ ਮੌਕੇ ਫੁੱਲ ਹੁੰਦੇ ਸੀ, ਫੁੱਲ ਐ ਤੋੜ ਲੈਣੇ, ਜਿਵੇਂ ਸਭਾ ਬਣੀ ਹੈ ਤੇ ਫੁੱਲਾਂ ਦੇ ਨਾਲ ਫੁੱਲ ਜੋੜ ਕੇ ਰੱਖ ਕੇ ਕੋਈ ਗਮਲਾ ਬਣਾ ਦੇਣਾ। ਉਹ ਬਾਬਾ ਜੀ ਖੁਸ਼ ਹੁੰਦੇ ਸੀ ਅੱਖਰਾਂ ਤੇ ਕਈ ਮੌਕੇ ਲਿਖ ਦੇਣੇ ਇੱਕ ਤੂੰ ਹੀ ਨਿਰੰਕਾਰ, ਬਾਬਾ ਈਸ਼ਰ ਸਿੰਘ ਮਹਾਰਾਜ, ਇੱਕ ਤੂੰ ਹੀ ਨਿਰੰਕਾਰ। ਇਵੇਂ ਕਈ ਨਾ ਕਈ ਕੋਈ ਹੋਰ ਪੰਕਤੀਆਂ ਲਿਖ ਦੇਣੀ, ਮੈਂ ਜਾਣ ਲਿਆ ਗੁਰ ਸ਼ਬਦੀ ਤੂੰ ਹੀ ਨਿਰੰਕਾਰ ਮੇਰੇ ਬਾਬਾ ਜੀ, ਐ ਲਿਖ ਦੇਣਾ। ਤੇ ਜਦੋਂ ਬਾਬਾ ਜੀ ਦੇ ਆਸਣ ਲੱਗ ਜਾਣਾ ਸਾਰੀ ਵਿਛਾਈ ਹੋ ਜਾਣੀ। ਤੇ ਕਈ ਮੌਕੇ ਸਰੋਂ ਦਾ ਹੁਣ ਸਮਾਂ ਹੁੰਦਾ ਸੀ, ਸਰੋਂ ਵੱਡੀ ਫੁੱਲ, ਤੇ ਬਾਬਾ ਜੀ ਜਿਵੇਂ ਗਮਲੇ ਪਏ ਆ, ਸਰੋਂ ਦੇ ਬੂਟੇ ਪੱਟ ਲੈਣੇ, ਚਾਖਲੀ ਕੱਢ ਲੈਣੀ ਉਹਨਾਂ ਦੇ ਬੂਟਿਆਂ ਦੀ ਰੰਬੇ ਨਾਲ, ਤੇ ਬਾਬਾ ਜੀ ਦੇ ਮਗਰੇ ਪਾਸੇ ਆਸਣ ਦੇ 2 ਲਾ ਦੇਣੇ, ਸਰੋਂ ਦੇ ਬੂਟੇ ਵੱਡੇ ਫੁੱਲਾਂ ਵਾਲੇ 2 ਮੂਹਰੇ ਲਾ ਦੇਣੇ। ਐਂ ਕਿਆਰੀ ਬਣਾ ਕੇ ਕਣਕ ਛਿੱਟਿਆਂ ਵਾਲੀ ਲਾ ਦੇਣੀ, ਕਣਕ ਗੱਡ ਦੇਣੀ ਦਵਾ ਹਰੀ ਕਣਕ ਛਿੱਟਿਆਂ ਵਾਲੀ। ਲੋਕਾਂ ਨੇ ਸੰਗਤਾਂ ਨੇ ਆਣ ਕੇ ਵੇਖਣਾ ਵੀ ਦੀਵਾਨ ਅੱਜ ਹੀ ਪਹਿਲਾਂ ਲੱਗਿਆ, ਇਹ ਕਣਕ ਕਦੋਂ ਬੀਜਤੀ। ਵੱਡੇ ਬਾਬਿਆਂ ਦੇ ਆਸਣ ਦੇ ਕੋਲੇ ਸਰੋਂ ਕਦੋਂ ਦੀ ਬੀਜੀ ਵੀ ਹੈ, ਦੇਖੋ ਦਿਮਾਗ ਹੀ ਆ। ਆਪਣੇ ਮੁਰਸ਼ਿਦ ਵਾਸਤੇ ਕਿੰਨਾ ਕੁਛ ਮਰਜ਼ੀ ਕਰ ਲਓ। ਤੇ ਜਦੋਂ ਬਾਬਾ ਜੀ ਨੇ ਆਉਣਾ ਸਾਰੀ ਤਿਆਰੀ ਕਰਾ ਲੈਣੀ, ਉਦੋਂ ਉਹਨਾਂ ਨੇ ਵੱਡਿਆਂ ਨੇ ਕਹਿਣਾ ਬਾਬਾ ਜੀ ਨੂੰ ਤੇਰਾ ਚੋਲਾ ਮੈਲਾ, ਤੇਰੀ ਪੱਗ ਮੈਲੀ, ਤੇਰੇ ਪੈਰ ਲਿਬੜਿਆ, ਤੇਰੇ ਹੱਥ ਲਿਬੜਿਆ, ਜਾ ਨਾ ਲਾ। ਬਾਬਾ ਜੀ ਨੇ ਅੰਦਰੋਂ ਆਉਣਾ, ਤੂੰ ਸਾਈਦਾ ਨਹੀਂ। ਤੇ ਬਾਬਾ ਜੀ ਨੇ ਟਾਹਲੀਆਂ ਦਰਖਤ ਦੇ ਉਹਲੇ ਖੜੇ ਰਹਿਣਾ ਵੀ ਬਾਬਾ ਜੀ ਆਉਣਗੇ, ਕੇਰਾਂ ਦਰਸ਼ਨ ਤਾਂ ਕਰਕੇ ਫਿਰ ਨਹਾ ਲਾਂਗੇ। ਜਦੋਂ ਹਜ਼ੂਰ ਨੇ ਆਉਣਾ, ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਕਰਦਿਆਂ ਨਹੀਂ ਆਉਣਾ। ਬਾਬਾ ਜੀ ਨੇ ਖੜ ਕੇ ਆਸਣ ਵੇਖਣਾ,
ਤੇ ਗੁਰਮੁਖੋ ਜਿਹੜੇ ਆਸਣ ਕੋਲ ਚਾਦਰ ਵੀ ਜਵਾਨੀ ਨੇ ਵਿਛਾਈ ਸੀ, ਉਹਨਾਂ ਨੇ ਹੱਥ ਜੋੜ ਕੇ ਖੜ ਜਾਂਦੇ, ਹੱਥ ਕਈ ਲੰਮੇ ਪੈ ਕੇ ਮੱਥਾ ਟੇਕਣਾ। ਹਜੂਰ ਨੇ ਉਹਨਾਂ ਵੱਲ ਤੱਕਣਾ ਹੀ ਨਾ। ਬਾਬਾ ਜੇ ਤੱਕਣਾ ਤਾਂ ਟੇਢੇ ਤੱਕਣਾ, ਪਰ ਉਹਨਾਂ ਨੂੰ ਹੋਣਾ ਵੀ ਹੁਣ ਬਾਬਾ ਜੀ ਆ ਗਿਆ, ਆਸਾਂ ਕਹਿਣਗੇ ਵੀ ਨਹੀਂ। ਬਾਬਾ ਜੀ ਕਹਿੰਦੇ ਈਸ਼ਰ ਕਿੱਥੇ ਹੈ? ਜੀ ਉਹ ਇੱਥੇ ਕਿਤੇ ਪੈਰ ਮਾਰਦਾ ਤੁਰਿਆ ਫਿਰਦਾ ਹੋਣਾ। ਬਾਬਾ ਜੀ ਕਹਿਣਾ ਮਗਾਓ ਈਸ਼ਰ। ਜਦੋਂ ਐ ਗੱਲ ਕਹਿਣੀ ਬਾਬਾ ਜੀ ਨੇ ਆਵਾਜ਼ ਟਾਹਲੀਆਂ ਦੇ ਵਿੱਚੋਂ ਨਿਕਲ ਆਉਣਾ, ਟਾਹਲੀ ਦੇ ਓਲੇ। ਬਾਬਾ ਨੇ ਕਹਿਣਾ ਮਗਾਓ ਈਸ਼ਰ। ਫਟ ਉਦੋਂ ਹੀ ਆ ਜਾਣਾ ਜੀ ਗੋਲਾ ਹਾਜ਼ਰ ਹੈ, ਆਪਦੇ ਆਪ ਨੂੰ ਗੋਲਾ ਹਾਜ਼ਰ ਹੈ। ਬਾਬਾ ਜੀ ਕਹਿਣਾ ਤੂੰ ਕਿੱਧਰ ਚਲੇ ਜਾਣਾ ਹੁੰਦਾ? ਕਹਿਣ ਲੱਗਾ ਜੀ ਇਹ ਸਾਰੇ ਕਹਿੰਦੇ ਤੇਰਾ ਚੋਲਾ ਮੈਲਾ, ਤੇਰੇ ਪੈਰ ਮਾੜੇ, ਤੇਰੀ ਪੱਗ ਮੈਲੀ, ਤੂੰ ਜਾ। ਬਾਬਾ ਜੀ ਕਹਿੰਦੇ ਠੀਕ ਹੈ, ਕਰਤਾ ਕਰਸ ਹੋਏ। ਸਭ ਨੇ ਛਾਲਾਂ ਮਾਰੀਆਂ, ਜਿਹੜੀ ਜਿਹੜੇ ਬੇਗਮ 14 ਰਹਿੰਦੇ ਸੀ, ਛਾਲਾਂ ਸਾਰੇ ਹੀ ਮਾਰਦੇ ਆ। ਇਹ ਬੇਗਮ ਨਾਂ ਨਹੀਂ ਸੀ ਲੈਂਦੀ। ਕਰਤਾ ਕਰ ਸਭ ਨੇ ਛਾਲਾਂ ਮਾਰੀਆਂ, ਠੀਕ ਹੈ, ਮੇਰਾ ਈਸ਼ਵਰ ਵੀ ਵੱਡੀਆਂ ਵੱਡੀਆਂ ਛਾਲਾਂ ਮਾਰੇਗਾ। ਕਈਆਂ ਨੇ ਤਿਉੜੀਆਂ ਪਾ ਲੈਣੀਆਂ। ਕਿਹੜਾ ਬਾਬਾ ਜੀ ਕਹਿੰਦੇ ਮੇਰਾ ਈਸ਼ਵਰ ਵੀ ਵੱਡੀਆਂ ਵੱਡੀਆਂ ਛਾਲਾਂ ਮਾਰੇਗਾ। ਬਸ ਫਿਰ ਚੜ ਗਿਆ ਪਰ। ਬਾਬਾ ਜੀ ਕਹਿੰਦੇ ਉਮਰ ਵਡੇਰੀ ਹੋ ਗਈ, ਜਵਾਨ ਨਹੀਂ ਮੁੜਦੀ। ਬਾਬਾ ਜੀ ਕਹਿੰਦੇ ਉਹ ਈਸ਼ਵਰ ਕਹਿਣਾ ਔਖਾ ਨਾ। ਬਾਬਾ ਜੀ ਕਹਿੰਦੇ ਜੀ ਮੁੜਦੀ ਨਹੀਂ, ਕਹਿਣਾ ਤਾਂ ਈਸ਼ਵਰ ਸੀ, ਕਹਿੰਦੇ ਮੂੰਹ ਚੋਂ ਈਸ਼ਵਰ ਹੀ ਨਿਕਲਦਾ ਹਨਾ। ਕਿੱਡਾ ਸੋਹਣਾ ਬਚਨ ਹੈ। ਇਹ ਜਿਹੜੇ ਬਚਨ ਤੁਹਾਨੂੰ ਸੁਣਾ ਰਹੇ ਆ ਵੀ ਸਾਡੇ ਬਾਬਾ ਜੀ ਸੁਣਾਉਂਦੇ ਹੁੰਦੇ ਸੀ ਸਾਨੂੰ ਬਚਨ, ਵੀ ਅਸੀਂ ਕੋਲੇ ਹੁੰਦੇ ਸੀ। ਤੇ ਵੇਖੋ ਗੁਰਮੁਖੋ ਬਾਬਾ ਜੀ ਬ੍ਰਹਮ ਗਿਆਨੀ। ਕਈ ਕਈ ਮੌਕੇ ਇੱਕ ਵਾਰੀ ਸਰੋਂ ਦੇ ਬੂਟੇ ਲਾਏ ਹੋਏ ਸੀ ਤੇ ਬਾਬਾ ਜੀ ਆ ਗਏ, ਬਹੁਤ ਖੁਸ਼ ਹੋਏ, ਖੁਸ਼ ਹੋਏ। ਤੇ ਇਹ ਸਾਰੇ ਕਹਿੰਦੇ ਬਾਬਾ ਈਸ਼ਰ ਨੂੰ ਤੂੰ ਜਾ ਕੇ ਪ੍ਰਸ਼ਾਦ ਤਿਆਰ ਕਰ ਲੈ, ਅਸੀਂ ਕੋਲੇ ਹੈਗੇ ਆ, ਤੂੰ ਚੱਲ। ਬਾਬਾ ਜੀ ਤਾਂ ਫੁੱਲ ਕੀਰਾ ਮਾੜੀ ਜੀ ਝਾਤੀ ਮਾਰ ਲਈ, ਕੀਰਾ ਦਰਸ਼ਨ ਕਰ ਲਿਆ, ਅੱਖਾਂ ਦਰਸ਼ਨ ਹੋਏ। ਤੇ ਬਾਬਾ ਜੀ ਆ ਗਏ। ਬਾਬਾ ਜੀ ਕਹਿੰਦੇ ਈਸ਼ਰ ਕਿੱਥੇ ਹੈ? ਉਹ ਜੀ ਉਹ ਕਹਿੰਦੇ ਮੈਂ ਪ੍ਰਸ਼ਾਦ ਦਾ ਤਿਆਰ ਕਰਦਾ। ਮੈਂ ਕਹਿੰਦਾ ਸੀ ਠੀਕ ਹੈ। ਬਾਬਾ ਜੀ ਸਰੋਂ ਦੇ ਬੂਟੇ ਲਾਏ ਵੇ ਫੁੱਲ। ਬਾਬਾ ਜੀ ਕਹਿੰਦੇ ਠੀਕ ਆ, ਵਾਹ ਵੀ ਵਾਹ। ਜਿੱਥੇ ਮਾਹੀ ਪੱਬ ਧਰਦਾ ਉਗਦਾ ਸਰੋਂ ਦਾ ਬੂਟਾ, ਨਾਲੇ ਆਸਨ ਤੇ ਬੈਠੀ ਜਾਣ। ਬਹਿ ਗਏ। ਕਹਿੰਦੇ ਹਾਂ ਵੀ ਜਿੱਥੇ ਮਾਹੀ ਪੱਬ ਧਰਦਾ ਉਗਦਾ ਸਰੋਂ ਦਾ ਬੂਟਾ, ਅਗਲਾ ਮੰਦਰਾਂ ਨੂੰ ਕੁੱਲੀ ਯਾਰ ਦੀ ਸੁਰਗ ਦਾ ਝੂਟਾ। ਬਾਬਾ ਈਸ਼ਰ, ਬਾਬਾ ਨਾਨਕ ਸਿੰਘ ਕਹਿੰਦੇ ਕੁੱਲੀ ਯਾਰ ਦੀ ਸੁਰਗ ਦਾ ਝੂਟਾ। ਉਹ ਗੱਲ ਕਰਦੇ ਸੀ ਬਾਬਾ ਈਸ਼ਰ ਤੋਂ ਮਾਰੇ ਤੇ ਸਾਰੇ ਜਿੰਨੀ ਗੱਲ ਕਰਦੇ। ਤੇ ਐਸਾ ਸਮਾਂ ਹੋਇਆ ਨਾ, ਤੇ ਵੱਡੇ ਬਾਬਾ ਜੋਤੀ ਜੋ ਸਮਾਏ ਤੇ ਮਗਰੋਂ ਈਰਖੇ ਦੇ ਵਿੱਚ ਵੜ ਗਏ। ਈਰਖੇ ਚ ਬਾਬਾ ਜੀ ਨੂੰ ਚੰਗਾ ਨਹੀਂ ਸਮਝਦੇ। ਬਾਬਾ ਈਸ਼ਰ ਸਾਨੂੰ ਕੱਢਤਾ। ਸਾਲ ਬਾਅਦ ਬਾਬਾ ਜੀ ਘਰੇ ਚਲੇ ਗਏ। ਤੇ ਬਾਬਾ ਜੀ ਕਹਿਣ ਲੱਗੇ ਅਸੀਂ ਚਲੇ ਜਾਂਦੇ, ਚਲੋ ਜੇ ਤੁਸੀਂ ਖੁਸ਼ ਆ ਚਲੇ ਜਾਂਦੇ। ਕਹਿੰਦੇ ਚਲੇ ਜਾਓ। ਬਾਬਾ ਜੀ ਕਹੇ ਇੱਕ ਤਾਂ ਬਾਬਾ ਜੀ ਸਾਨੂੰ ਚੋਲਾ ਦੇ ਦਿਓ, ਇੱਕ ਦੱਲਰ ਬਾਬੇ ਦੇ ਇੱਕ ਬਾਜਾ ਤੇ ਜੋੜੀ ਦੇ ਦਿਓ, ਇੱਕ ਵੱਡੇ ਬਾਬੇ ਦਾ ਆਸਣ ਦੇ ਦਿਓ ਸਾਨੂੰ, ਇੱਕ ਬਰਾਂਗਣ ਦੇ ਦਿਓ, ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ। ਸਮਾਨ ਹੈ ਦੇਤਾ।
ਬਾਬਾ ਜੀ ਝੋਲਡੀ ਚਲੇ ਗਏ। ਝੋਲਡੀ ਇਹਨਾਂ ਨੇ ਜਗਰਾਮੀ ਰਿਪੋਰਟ ਕਰਤੀ ਵੀ ਬੱਗੇ ਦਾ ਮੁੰਡਾ ਝੋਲਡਾ ਵਾਲਾ ਨਾਨਕ ਸਰਨ ਚੋਰੀ ਕਰਕੇ ਲੈ ਲਿਖਿਆ, ਤੇ ਮਗਰ ਹੀ ਪੁਲਿਸ ਚਲੀ ਗਈ। ਦੇਖੋ ਭਗਤਾਂ ਦੇ ਕਿੰਨੀਆਂ ਭੀੜਾਂ ਪੈਂਦੀਆਂ, ਪਰ ਜਿੱਤ ਸਭ ਤੋਂ ਜ਼ਿਆਦਾ ਭਗਤੀ ਦੀ ਹੋਈ ਹੈ। ਬਸ ਮਗਰ ਪੁਲਿਸ ਚਲੀ ਗਈ। ਉੱਥੇ ਲੰਬਰਦਾਰ ਚੰਗਾ ਸੀਗਾ, ਗੁਰਦਿਆਲ ਸਿੰਘ ਸੀ, ਹੋਰ ਲੰਬਰਦਾਰ ਅੱਗੇ ਹੁੰਦੇ ਸੀ। ਬਾਬਾ ਜੀ ਕਹਿੰਦੇ ਪੁੱਛੋ, ਇਹ ਮੰਨਦੇ ਸਾਰੇ ਗੁਰੂ ਗ੍ਰੰਥ ਸਾਹਿਬ ਨੂੰ ਜਾਂ 12 ਦਿਨ ਚਲੋ ਬਾਬੇ ਨੇ ਆਸਣ ਕੋਲੇ ਜਿੱਥੇ ਜਾਣਾ ਗੁਰੂ ਸਾਹਿਬ। ਇਹ ਸਾਰਿਆਂ ਨੂੰ ਪੁੱਛਿਆ ਤੇ ਥਾਣੇਦਾਰ ਗਰਮ ਹੋਇਆ, ਉਹਨਾਂ ਨੂੰ ਕਿਹਾ ਸਹੀ ਦੱਸੋ। ਉਹ ਕਹਿੰਦੇ ਹਾਂ ਪੁੱਛ ਕੇ ਤਾਂ ਲਿਆਇਆ। ਤੇ ਪਿੰਡ ਨੇ ਝੋਲਡਾ ਨੇ ਬਹੁਤ ਸ਼ਰਮ ਦਿੱਤੀ ਉਹਨਾਂ ਨੂੰ, ਵਿਚੋਲੇ ਪਾਏ ਕੀ ਕੁਛ ਕਰਦੇ ਆ ਤੁਸੀਂ, ਜਿਹਨੇ ਉਹਦੀ ਬਾਬਾ ਜੀ ਜਿੱਤੀ ਹੋਈ। ਤੇ ਮਾਤਾ ਜੀ ਨੂੰ ਕਹਿੰਦੀ ਜੀ ਮੈਂ ਨਹੀਂ ਹੁਣ ਰਹਿਣਾ। ਮਾਤਾ ਜੀ ਕਹਿੰਦੇ ਨਾ ਪੁੱਤ, ਜਿਹੜੇ ਵਾਰ ਤੈਨੂੰ ਮਿਲੇ ਸਾਰੀ ਦੁਨੀਆ ਨੂੰ ਵਾਰ ਨਹੀਂ ਮਿਲੇ। ਕਿਸੇ ਨੂੰ ਦੁੱਧ ਮਿਲਿਆ, ਕਿਸੇ ਨੂੰ ਪੁੱਤ ਮਿਲਿਆ, ਕਿਸੇ ਨੂੰ ਮਾਇਆ ਮਿਲੀ, ਕਿਸੇ ਨੂੰ ਕੁਛ ਮਿਲਿਆ, ਕਿਸੇ ਨੂੰ ਕੁਛ ਮਿਲਿਆ, ਪਰ ਮੈਂ 3 ਵਾਰੀ ਤੈਨੂੰ ਲੈਣ ਵਾਸਤੇ ਗਈ। ਬਾਬਾ ਜੀ ਕਹਿੰਦੇ ਅਸੀਂ ਇਹਦਾ ਗੁਰੂ ਨਾਨਕ ਨਾਲ ਵਿਆਹ ਕਰਤਾ। ਮਾਤਾ ਮੈਂ ਤਾਂ ਟੋਏ 'ਚ ਬੈਠ ਕੇ ਵੇਖ ਲਿਆ, ਮੇਰਾ ਤਾਂ ਪਰਿਵਾਰ ਛੋਟਾ ਜਿਹਾ ਸੀਗਾ, ਇਹਦਾ ਤਾਂ ਪਰਿਵਾਰ ਐਡਾ ਵੱਡਾ ਹੋ ਜਾਣਾ, ਇਹਨੂੰ ਉੱਚੀ ਜਗ੍ਹਾ ਤੇ ਖੜ ਕੇ ਵੇਖਣਾ ਪਿਆ ਕਰੂ ਆਪਦੇ ਪਰਿਵਾਰ ਨੂੰ। ਮਾਤਾ ਕਹਿੰਦੀ ਨਾ ਪੁੱਤ, ਸਾਰੀ ਦੁਨੀਆ ਨੂੰ ਉਹ ਵਰ ਨਹੀਂ ਦਿੱਤੇ ਜਿਹੜੇ ਤੈਨੂੰ ਵਰ ਮਿਲੇ ਹੋਏ। 27 ਸਾਲ ਉਮਰ ਸੀਗੀ, 12 ਕਿੱਲੇ ਪੈੜੀ ਦੇ ਸੀ। ਖੂਹ ਜਿਹਦੇ ਖੇਤ 'ਚ ਖੂਹ ਹੁੰਦਾ ਸੀ ਉਹਨੂੰ ਕਹਿੰਦੀ ਬਹੁਤ ਤਕੜਾ ਜੱਟ ਹੈ, ਵੱਡਾ ਖੂਹ ਸੀ। ਤੇ 4 ਭਾਈ ਬਾਬਾ ਜੀ ਸੀ, ਤੇ ਦੂਜੇ ਵੀ ਉਹਦੇ ਗਾਂ ਤਾਏ ਚਾਚੇ ਬਹੁਤ ਲਾਣਾ ਸੀ। ਪਰ ਮਾਤਾ ਜੀ ਕਹਿੰਦੇ ਨਾ ਪੁੱਤ ਹੁਣ ਨਾ ਤੂੰ ਇੱਥੇ ਰਹਿ, ਉੱਥੇ ਹੀ ਜਾ। ਕਹਿੰਦੇ ਮਾਤਾ ਜੀ ਉੱਥੇ ਤੇ ਈਰਖੇ ਦੀ ਅੱਗ ਬਹੁਤ ਹੈ। ਮਾਤਾ ਜੀ ਕਹਿੰਦੇ ਚੰਗਾ ਛਪਰੀ ਵਾਲਾ ਆਪਣੇ ਖੂਹ ਤੇ ਰਹਿ। ਨਹੀਂ ਮਾਤਾ ਨੂੰ ਹੁੰਦਾ ਵੀ ਚੱਲ ਤੇਰਾ ਵਿਆਹ ਕਰ ਦਿੰਦੇ ਹੁਣ ਤੂੰ ਆ ਗਿਆ ਠੀਕ ਆ। ਇਹ ਵੀ ਮਾਤਾ ਦੀ ਸੋਭਾ ਹੋ ਰਹੀ ਹੈ। ਮਾਤਾ ਕਹਿੰਦੀ ਨਹੀਂ ਪੁੱਤ ਮੈਂ ਤੇਰਾ ਵਿਆਹ ਨਹੀਂ ਕਰਨਾ। ਬਾਬਾ ਜੀ ਕਹਿੰਦੇ ਵਿਆਹ ਤੇਰਾ ਗੁਰੂ ਨਾਨਕ ਨਾਲ ਹੋਇਆ। ਬਾਬਾ ਜੀ ਕਹਿੰਦੇ ਮਾਤਾ ਜੀ ਇੱਥੇ ਪਿੰਡ ਦੇ ਮੁੰਡੇ ਆਉਣਗੇ, ਹਾਣ ਪ੍ਰਵਾਨ ਸੀ, ਭਗਤੀ ਨਹੀਂ ਹੋਣੀ। ਮਾਤਾ ਜੀ ਕਹਿੰਦੇ ਚੰਗਾ ਦੂਰ ਨਿਕਲ ਜਾਓ। ਕਿਹੜੀ ਮਾਈ ਕਹਿੰਦੀ ਦੂਰ, ਅੱਖਾਂ ਤੋਂ ਦੂਰ ਮਾਂ, ਦੂਰ ਨਿਕਲ ਜਾਓ। ਜਦੋਂ ਇਹਨਾਂ ਬਚਨ ਕਰਿਆ ਤੇ ਬਾਬਾ ਜੀ ਝੋਲਡਾ ਤੋਂ ਜਗਰਾਮੀ ਤੁਰ ਕੇ ਗਏ। ਕੋਈ ਜੱਕਾ ਫੜਿਆ, ਕਰਾ ਲਿਆ ਦੇਹਰਾਦੂਨ ਵੱਜੇ। ਬਾਬੇ ਲੱਕੜਾਂ ਲਿਆਉਣੀਆਂ 12 ਆਨਿਆਂ ਦੀਆਂ, ਸ਼ਹਿਰ ਵੇਚਣੀਆਂ, ਪ੍ਰਸ਼ਾਦਾ ਤਿਆਰ ਕਰਨਾ, ਗੁਰੂ ਗ੍ਰੰਥ ਸਾਹਿਬ ਨੂੰ ਭੋਗ ਲਵਾਉਣਾ, ਜਾਣੀ ਕਮਾਈ ਬਾਬਾ ਜੀ ਕਰਨ ਲੱਗੇ। ਬਾਬਾ ਈਸ਼ਰ ਸਿੰਘ ਇੱਧਰ ਕਮਾਈ ਨਾ, ਕੋਈ ਕਮਾਈ ਨਾ ਵੇਖ ਕੇ ਲੋਕ ਪ੍ਰਸ਼ਾਦਾ ਲਿਆਉਣੋਂ ਹਟ ਗਏ। ਪ੍ਰਸ਼ਾਦਾ ਡਾਲੀ ਲਿਆਉਣੀ ਪਈ, ਪਿੰਡਾਂ 'ਚ ਲਿਆਉਣਾ ਪਿਆ, ਬੜਾ ਕੁਛ ਹੋ ਗਿਆ। ਮਾਈਆਂ ਬੀਬੀਆਂ ਪੈਰ ਘੁੱਟਣ ਲੱਗੀਆਂ, ਮੱਥੇ ਟੇਕਣ ਲੱਗੇ। 7 ਸਾਲ ਮਰਜ਼ਾਦਾ ਵਿਗੜਦੀ ਗਈ। ਬਾਬਾ ਜੀ ਝੋਲਡੀ ਆ ਗਏ, 6 ਸਾਲ ਰਹੇ ਬਾਬਾ। ਬੰਦਗੀ ਕੀਤੀ, ਬੰਦਗੀ ਬਹੁਤ ਵੱਡੀ ਚੀਜ਼ ਕਰਿਆ ਕਰੋ। ਇੰਨੀ ਬੰਦਗੀ ਕੀਤੀ ਬਹੁਤ ਜ਼ਿਆਦਾ ਬਾਬਾ ਜੀ ਨੇ। ਤੇ ਉੱਥੇ ਸਾਸ ਇਤਿਹਾਸ ਬਹੁਤ ਵੱਡਾ। ਚਲ ਬਾਬਾ ਜੀ ਪ੍ਰਗਟ ਹੋਏ, ਵੱਡੇ ਬਾਬੇ ਨੇ ਦਰਸ਼ਨ ਦਿੱਤੇ। ਬਾਬਾ ਜੀ ਕਹਿੰਦੇ ਪਾਤਸ਼ਾਹ ਤੁਸੀਂ ਮੇਰਾ ਕੀ ਵੇਖਿਆ, ਤੁਸੀਂ ਨਾਨਕਸਰ ਕਿਵੇਂ ਆ ਗਏ? ਬਾਬਾ ਜੀ ਕਹਿਣ ਲੱਗੇ ਮੈਂ ਤੇਰੀ ਪ੍ਰੇਮ ਦੀ ਭਗਤੀ ਵੇਖੀ ਜੀ, ਤੁਸੀਂ ਉੱਥੇ ਐਡਾ ਵੱਡਾ ਆਸਣ ਛੱਡ ਕੇ ਆ ਗਏ। ਕਹਿੰਦੇ ਮੈਂ ਆਸਣ ਨਹੀਂ ਵੇਖਿਆ, ਉੱਥੇ ਈਰਖਾ ਵੇਖੀ।
ਈਰਖੇ ਦੀ ਅੱਗ 'ਚ ਮੱਚ ਰਹੇ ਆ। ਮੈਂ ਤੇਰੀ ਪ੍ਰੇਮ ਦੀ ਭਗਤੀ ਵੇਖੀ, ਮੈਂ ਤਾਂ ਆਇਆ। ਝੋਲੜੀ ਪ੍ਰੇਮ ਦੀ ਭਗਤੀ ਕਰਿਆ ਕਰੋ। ਸਾਖੀ ਨਹੀਂ, ਤੁਹਾਡੇ ਕੰਮ ਆਉਣ ਵਾਲੇ ਵਚਨ। ਪ੍ਰੇਮ ਭਗਤ ਪ੍ਰਭ ਲਾਗੀ, ਸੋ ਪਾਏ ਜਿਸ ਵਡ ਪਾਏ। ਜਨ ਨਾਨਕ ਨਾਮ ਧਿਆਏ, ਤਨ ਸਰਬ ਸੁਖਾਂ ਫਲ ਪਾਇਆ। ਚਲੋ ਸਮਾਂ ਪੈ ਗਿਆ। ਬਾਬਾ ਜੀ ਨੂੰ ਸੰਗਤਾਂ ਕਹਿੰਦੇ ਨਾਨਕਸਰ ਚਲੋ, ਮਰਜ਼ਾਦਾ ਬਹੁਤ ਵਿਗੜ ਗਈ ਆ। ਬਾਬਾ ਜੀ ਕਹਿੰਦੇ ਨਹੀਂ, ਗੁਰੂ ਨਾਨਕ ਦਾ ਹੁਕਮ ਆਇਆ, ਫਿਰ ਵੇਖਾਂਗੇ, ਹਜੇ ਨਹੀਂ। ਚਲੋ ਬਚਨ ਤਾਂ ਬਹੁਤ ਹੈ। ਇੱਕ ਦਿਨ ਦਰਸ਼ਨ ਦੇ ਕੇ ਬਾਬਾ ਜੀ ਕਹਿੰਦੇ ਤੁਸੀਂ ਸਥਾਨ ਨੂੰ ਸਾਂਭੋ, ਨਾਨਕਸਰ ਨੂੰ। ਬਾਬਾ ਜੀ ਕਹਿੰਦੇ ਉੱਥੇ ਤਾਂ ਜੀ ਮੇਰੇ ਖੂਨ ਦੇ ਪਿਆਸੇ ਬੈਠੇ ਆ। ਜਿਹੜੇ ਵੱਡੇ ਬਾਬਿਆਂ ਕੋਲ ਰਹਿੰਦੇ ਸੀ ਉਹੀ ਨੰਗੀਆਂ ਤਲਵਾਰਾਂ ਕੱਢ ਕੇ ਬੈਠੇ। ਬਾਬਾ ਜੀ ਕਹਿੰਦੇ ਚੰਗਾ, ਹਜੂਰ ਸਾਹਿਬ ਜਾਓ, ਉੱਥੋਂ ਕਲਗੀਧਰ ਦੀ ਮੋਹਰ ਲਵਾ ਕੇ ਲਿਆਓ। ਬਾਬਾ ਜੀ ਕਹਿੰਦੇ ਬੰਦੇ ਬਹਾਦਰ ਤੇ ਵੀ ਉੱਥੇ ਹੀ ਮੋਹਰ ਲੱਗੀ ਸੀ। ਬਾਬਾ ਨਿਧਾਨ ਸਿੰਘ ਤੇ ਵੀ ਉੱਥੇ ਹੀ ਮੋਹਰ ਲੱਗੀ ਸੀ। ਬਾਬਾ ਜੀ ਮਸਤੂਆਣੇ ਬਾਬਾ ਜੀ ਦੇ ਵੀ ਉੱਥੇ ਮੋਹਰ ਲੱਗੀ ਸੀ। ਹੋਤੀ ਮਰਦਾਨ ਵਾਲੇ ਬਾਬਾ ਕਰਮ ਸਿੰਘ ਵੀ ਉੱਥੇ ਹੀ ਗਏ ਸੀ। ਬਾਬਾ ਜੀ ਕਹਿੰਦੇ ਅਸੀਂ ਵੀ ਉੱਥੇ ਹੀ ਮੋਹਰ ਲਵਾ ਕੇ ਲਿਆਂਦੀ ਸੀ, ਤੂੰ ਉੱਥੇ ਮੋਹਰ ਲਵਾ ਕੇ ਲਿਆ। ਉਹ ਟਾਈਮ ਸਾਡੇ ਬਾਬਾ ਜੀ ਨਾਲ ਗਏ ਸੀ, ਰੇਲ ਗੱਡੀ 'ਚ ਗਏ ਸੀ। ਸਾਮੜ ਪਾਠ ਕੀਤਾ ਬਾਬਾ ਜੀ ਨੇ, ਤੇ ਬਾਬਾ ਜੀ ਉੱਥੇ ਚਾਰ ਦਰਵਾਜ਼ੇ ਸੱਚਖੰਡ ਦੇ ਹਜੂਰ ਸਾਹਿਬ, ਰਾਗੀਆਂ ਦੇ ਜਿਹੜਾ ਇੱਧਰ ਦਰਵਾਜ਼ਾ ਹੈ, ਭਾਈ ਦਿਆਲ ਸਿੰਘ ਦੀ ਸਮਾਧ ਹੈ, ਉੱਥੇ ਬਾਬਾ ਜੀ ਬੈਠਦੇ ਸੀ ਤੇ ਕੀਰਤਨ ਮੂਹਰੇ ਹੁੰਦਾ ਸੀ, ਐ ਮੂਹਰੇ। ਇੱਕ ਦਿਨ ਕਲਗੀਧਰ ਨੇ ਦਰਸ਼ਨ ਦਿੱਤੇ। ਆਖਿਆ ਭਾਈ ਪਿਆਰੇ ਸਿੱਖਾ, ਜੇ ਅਰਦਾਸਾਂ ਕਰਾਉਣੀਆਂ ਇੱਧਰ ਸਿੱਖ ਅਰਦਾਸਾਂ ਕਰਦੇ, ਤੂੰ ਵੀ ਕਰਾ ਲਾ। ਬਾਬਾ ਜੀ ਕਹਿੰਦੇ ਮੇਰੀ ਅਰਦਾਸ ਲਹਿਦੀ ਹੈ, ਲਹਿਦੀ। ਕਹਿੰਦੇ ਕੀ ਅਰਦਾਸ ਹੈ ਤੇਰੀ? ਕਹਿੰਦੇ ਸੱਚੇ ਪਾਤਸ਼ਾਹ ਮੈਂ ਕੋਈ ਚੀਜ਼ ਨਹੀਂ ਮੰਗਦਾ, ਇੱਕ ਮੰਗ ਹੈ ਵੀ ਤੁਹਾਨੂੰ ਲੈਣ ਵਾਸਤੇ ਆਇਆ, ਮੇਰੇ ਨਾਲ ਚੱਲੋ। ਵੀ ਗੁਰੂ ਗ੍ਰੰਥ ਸਾਹਿਬ ਦੀ ਹਾਲਤ ਵੇਖੀ ਨਹੀਂ ਜਾਂਦੀ। ਬੂਬ ਨੇ ਸਵਾਹ ਦੇ ਕੜਾਈਏ ਰੱਖ ਕੇ ਚੁਟਕੀਆਂ ਕਰ ਭਰ ਦੇਈ ਜਾਂਦੇ ਲੋਕਾਂ ਨੂੰ, ਤੇ ਗੁਰੂ ਸਾਹਿਬ ਲਵਾਰੀਆਂ 'ਚ ਮੰਨਦਾ ਤੇ ਅੰਮ੍ਰਿਤ ਦਾ ਕੋਈ ਨਾਂ ਨਹੀਂ ਲੈਂਦਾ। ਮੈਂ ਤੈਨੂੰ ਲੈਣ ਵਾਸਤੇ ਆਇਆ। ਕਿ ਬਾਬਾ ਜੀ ਦੱਸਦੇ ਕਲਗੀਧਰ ਕਹਿੰਦੇ ਬੱਲਿਓ ਸ਼ੇਰਾ, 300 ਸਾਲ ਹੋ ਗਿਆ ਮੈਨੂੰ ਸੱਚਖੰਡ 'ਚ ਇੱਥੇ ਆਏ ਤਾਂ ਬਹੁਤ, ਅਰਦਾਸਾਂ ਤਾਂ ਬਹੁਤ ਨੇ, ਪਰ ਤੇਰੇ ਵਰਗਾ ਨਹੀਂ ਕੋਈ। ਬਹੁਤ ਸੋਹਣੇ ਬਚਨ। ਚੰਗਾ 13 ਸਾਲ ਤੇਰੇ ਨਾਲ ਰਵਾਂਗੇ। ਬਾਬਾ ਜੀ ਕਹਿੰਦੇ ਜੀ ਪੰਜਾਬ ਬਹੁਤ ਵਿਗੜਿਆ, ਨਸ਼ਾ ਬਹੁਤ ਹੈ। ਉਦੋਂ ਡੋਡੇ ਬੀਜਦੇ ਸੀ ਲੋਕ, ਆਹ ਜਿਹੜੇ ਭੁੱਕੀ ਹੈ, ਮਾਰੂ ਪੈਲੀ ਹੁੰਦੀ ਸੀ। ਪੰਜਾਬ ਬਹੁਤ ਵਿਗੜਿਆ, ਸ਼ਰਾਬ ਬਹੁਤ ਕੱਢਦੇ ਆ। 13 ਸਾਲ ਥੋੜੇ ਆ। ਕਲਗੀਧਰ ਕਹਿੰਦੇ 13 ਦੇ 26 ਸਾਲ ਬਣਾ ਦੇਾਂਗੇ ਆਪਾਂ, ਰਾਤ ਵਿੱਚੋਂ ਕੱਢਦੇ ਆ। ਹੋਇਆ ਹੋਵੇ ਰਾਤ ਵਿੱਚੋਂ ਹੀ ਘੜਤੀ ਬਾਬਾ ਈਸ਼ਰ। ਦੇਖੋ ਕਮਾਈ ਜਾਣੀ ਬ੍ਰਹਮ ਗਿਆਨੀ ਦੀ। ਤੇ ਦਾਸ ਨੇ ਤੱਕਿਆ, ਜਦੋਂ ਬਾਬਾ ਜੀ ਨਾਨਕਸਰ ਝੋਲਡਾ ਨੂੰ ਗਏ ਨਾ, ਤੇ ਕਲਗੀਧਰ ਨੇ ਦਰਸ਼ਨ ਦਿੱਤੇ ਵੀ ਅਸੀਂ ਨਾਲ ਆ, ਫੌਜਾਂ ਨਾਲ ਆ, ਸਿੰਘ ਸ਼ਹੀਦ ਨਾਲ ਹੈ, ਤੁਸੀਂ ਜਾਓ ਨਾਨਕਸਰ ਜਗ੍ਹਾ ਸਾਂਭੋ। ਬਾਬਾ ਜੀ ਨੇ ਚੰਗੇ ਚੰਗੇ ਸਰਦਾਰ ਚਲੇ ਗਏ। ਉਹਨਾਂ ਨੂੰ ਪਹਿਲਾਂ ਤਾਂ ਬਾਬਾ ਜੀ ਨੇ ਹੱਥ ਜੋੜੇ ਵੀ ਇਕੱਠੇ ਰਹੀਏ, ਮੈਂ ਛੋਟਾ ਤੁਸੀਂ ਵੱਡੇ ਆ। ਬਾਬਾ ਕੋਈ ਨਾ ਬਣੀਏ, ਗੁਰੂ ਨਾਨਕ ਦੇ ਨਾਲ ਜੁੜੀਏ ਤੇ ਅੰਮ੍ਰਿਤ ਛਕਾਈਏ ਤੇ ਬਾਬਾ ਨਾਨਕ ਸਿੰਘ ਦੀ ਜੈ ਜੈਕਾਰ ਕਰਾਈਏ। ਕਹਿੰਦੇ ਨਹੀਂ, ਇੱਕ ਮਿਆਨ 'ਚ ਦੋ ਤਲਵਾਰਾਂ ਕਿਵੇਂ ਪੈਣਗੀਆਂ? ਬਾਬਾ ਈਸ਼ਰ ਸਿੰਘ ਕਹਿੰਦੇ ਜਿਹੜੀ ਕੇਰਾ ਨਿਕਲ ਜਾਵੇ ਮੁੜ ਕੇ ਨਹੀਂ ਵਸਦੀ ਹੁੰਦੀ, ਵੀ ਤੂੰ ਕੇਰਾ ਨਿਕਲ ਗਿਆ ਸੀ, ਵੀ ਤੂੰ ਹੁਣ ਨਿਕਲ ਹੀ ਜਾ। ਵੱਡੇ ਵੱਡੇ ਸਰਦਾਰ ਸੀ, ਹੋਰ ਬੈਂਗਮ ਸੀ, ਬਾਬਾ ਕੇਰ ਸਿੰਘ ਵਰਗੇ ਤਕੜੇ ਨਰੋਏ।
कीर्तन करन लगे, बार खोल लिया। इन्होंने ज्यों जोड़ी बाजे चक्के, रफला भी सी पर पेश ना गई शक्ति मूरे। कलेरी गुरुद्वारे चले गए। बाबा जी दयालु वाले सी। सुबह भोग पा के बाबा जी कहते फिर भी पुराने आ, मैथों वड्डे आ, सेवा वाली की, चलो आप लैके आईए। बाबा जी कहते मैं उन्होंने पग धर दिना अपने अपने बाबा जी। बाबा जी फिर ले गए संगिया, एक कलेरी बैठे सारे कलेरी, बाबा खेम सिंह, बाबा हजूरा सिंह, बाबा करतार सिंह, बाबा हीरा सिंह, बाबा डरोली सतनाम, जिन्नी पुराने सी। बाबा जी ने निमरता ने हाथ जोड़ के आख्या तुसी वड्डे आ, मैं थोड़े मगर लगदा। इको गल यह भी अपनी मर्यादा बिगड़ गई, लोग बिगड़ गए भी आबा बदी मर्यादा दी बड़ा बड़े बाबे ने उत्ते पहरा दी है भी चलो जो चलो आख्या मैं ना कहा पर तुम सुन लियो। बाबा जी कहते ये सारे कहते हराम दा होगा जेड़े तेरे ना जाओ। गाल खा ली गुरमुखो, डरदी रहना चाहिए निरंकार। मैं विचार कर ब्रह्म ज्ञानी की गत नूं हरेक जान नहीं सकता। बाबा बुढ़ा जी ब्रह्म ज्ञानी, बाबा नंद सिंह ब्रह्म ज्ञानी किया जाता ते सेवा करी बाबा ईश्वर समार ने। ते एक गल याद करो, जो ब्रह्म ज्ञानी का कथया जाए ना उन्होंने नहीं कोई मिटन वाला, जो वो नहीं मिटता है। ते देखो बाबा जी की जय जयकार नानकसर होने लगी, ये निकल गए औखे हो गए, कोई पाठ भी ना करावे। असी बाबा जी खेत तो पट्ठे लेके आते सी, लोपोवाल सी खेत लिया वा थोड़ा जिहा, उत्थे बाबा डरोली सी ते लकड़ दे पैडल ते साइकिल सी ते कुर्ता पजामा पाया वा सी, कुर्ता पजामा। बाबे ने वेख लिया ते गड्ढा रोक लिया। बाबे ने आखिर डरोली है, उन्हें कहा बाबा जी कहते कुर्ता पजामा की गल की हालत हुई है? कहते घर वाली ढिली है, लोपो दरबारी दास दे इत्थे लैके आया, इत्थे पंडित घोरजे तो आउंदा वो थौड़ा पाउंदा। बाबा कहन लगा तू तो बाबा जी का रूप सी वड्डियां दा, की हालत होगी? तू नानकसरी लेके जा, उत्थे मत्था टेको। कहते सी नानकसर तो हुण वड़ नहीं सकते, सौं खा ली सी, अरदास ही कर सारी उम्र ही रहा। ये बुढ़े दे जेकर अरदास नहीं वेख्या जानी ते बाबा जी कोले 20 च रहिंदा सीगा, बड़े पुछ वाले बाबे को 27 ताईं रहा। ते गल किथे च किथे लोपो, किथे निरंकार, किथे दाढ़ी कट्टी भी, किथे पंडित, किथे थवड़ा। जानी तो ढीठ हो गए ना, जो उन्हें बनाना उदों ही बने, नहीं तो गोला बन के सेवा ही करी जावे। कोई हौदे की झाग ना करे, जे करनी ना उन्हें ते जे उन्हें करती फिर जमया नहीं कोई मेटन। बस ढीठ हो के ना दिन रात करके बाबा जी कहते कमाई करके दो ही टाइम ही गल्ला ही ला लवे, वो पंजी दूसरी सिटी हो जाए। बाबा जी कहते जो गया भर उदो तेरे काज रास्ते ढेर लग जाना माया का। बाबा जी कहते सुबह शाम तुरदा फिरदा वाहिगुरू जपी जावे, बने कुछ ना, मैं नहीं कुछ बनना, मैं तो तेरे घर का गोला ही बन के रहना, चौकीदार। फिर ये मात लोग की बहुत सोहना लंघिया जाता, लंघिया जाता। एक वेद शास्त्र साखी लिखी है भी एक चेले ने गुरु नूं आख्या भी गुरु जी कृपा करो ते मैं गुरु धारना, मेरे कोई मंत्र दे दो। वो कहते भाई मंत्र तो यही है भी राम दा ले ला मंत्र,
जपी जा, बनी कुछ ना। जो तेरा राम का शब्द चल पिया ना, राम प्रवेश हो गया, तो जो लोग तेन वेखणगे आपे ही कहणगे राम का रूप है। भी इहदी कमाई बनी ना, शब्द तो बनी ना, कुछ ना बनी। पंजवें पातशाह भी वचन करते महादेव नूं, मान ना कीजै सरन परीजै, करै सो भला मनाइयै। जो करदा ठीक करदा, किसी भी चीज का मान, आप का भी ना मान करिए। वो चेला गुरु जा रहे 12 साल लंघे, 12 साल चेले का फुरना बने, 12 साल हो गए। 12 साल रूड़ी की भी सुनी जाती है। मैनू कहते बनी ना, ते मैं तो हुण बनया बई आ साधु। साधु महापुरखा ने आख्या इम्तिहान कर लगे भी फेल है, पास आ, कच्चा कि पक्का। महापुरख कहते चेले नूं कहते इत्थे वेख आराम करके। राजे की नगरी सी, बार बार बाग सी, बाग में जो कोठे सी कमरे, कहते महाराज मंजे डहे हुए है, 2 कमरे है। महापुरख पूछण लगे है, उत्थे माली सी, वो कहंदी जी राजे का पलंग, राजे का। महापुरख तो सफाई करा के ते राजे के पलंग ते बह गए, भजन करन लगे। रात का टाइम ते चेला जाके रानी के पलंग ते बह गया। सुबह राजा आया सैर वास्ते, रानी भी आई। जो अंदर साधु वेख्या मंजे ते बैठा, वो सिपाहियों ने पूछा कौन है तू? वो शब्द चलता सी, वो बोले ही ना, बोलिया ना। उन्होंने बाहां फड़ गया, जोटा वो अखा ही ना खोले तो आना है। उन्हें लत्तां थले दी पा के हाथ ते उन्हें चक के बाहर रख दो, मत्था ही टेकिया। वो कहने वो सुनता सी, कहते कुछ किया उन्हें नाम च रंगिया होया, कुछ किया उन्हें नाम च रंगिया होया। बाहर उठाता, राजा बह गया, रानी बाहर खड़ी। जो दूत उधर बड़े सिपाही, ओदी बाह फड़ के पूछया भी तू कौन है? ਉਹਦੇ ਮੂੰਹ ਨਿਕਲਿਆ ਕਹਿੰਦਾ मैं साधु। मारे ਕੰਨ ਤੇ ਹੋਵੇ साधु ਤੇ ਭਵੇਂ ਰਾਣੀ ਦੇ ਪਲੰਗ ਤੇ, ਭਵੇਂ ਰਾਣੀ ਦੇ ਪਲੰਗ ਤੂੰ ਤਾਂ साधु है ही नहीं। जहाजा सोटियां दी मारियां वाहवा जादे ते बाहर आ गए। चेला गुरु तुर पे ते चेला कहने लगा गुरु जी थोड़े कहे डंडे पे। गुरु जी कहते मेरे तो कोई डंडा नहीं पिया। कहते जी मेरिया तो बखियां सजादियां उन्होंने। गुरु जी कहते मंत्र की लैन तो भुंजे डिग, मंत्र की लैन तो तू ले गया, हुण लीह तो रह गया होगा। लीह तो कहते लीह तो मैं लिया नहीं। नहीं कहते जिन्ना चिर बंदा लीह ते उन्ना चिर कुछ नहीं होंदा। जो लीह तो लै जांदा कहते उदों कुट पैंदी। कुछ बनया होगा, की गल होई? कहते मैनू कहता तू कौन है? कहता मैं क्या साधु। वो गुरु कहता साधु तो हजे मैं नहीं बनया भी तू मेरा चेला, तू मेरा बापू बनी फिरदा। कुट तो तू खानी, तैनू मैं मंत्र दस तू बनी ना कुछ। शब्द जिन्ना चेर चलता नहीं उन्ना चेर कुछ नहीं पल्ले पैंदा। शब्द दे नाल ही है। शब्द एक कोर्स, जो शब्द अनहद चलता ना कोर्स पूरा होंदा है, उदों अवस्था होंदी है हरन भरन जा का नेत्र फोर, इसका मंत्र न जाना होर।
ਬਾਬਾ ਜੀ ਦੇ ਬਾਬਾ ਬੁੱਢੇ ਦੇ ਵਚਨ ਐ ਸਹਿ ਸੁਭਾਏ ਸੀ, ਪੂਰੇ ਹੁੰਦੇ ਸੀ। ਵੇਖੋ ਬਾਬਾ ਜੀ ਤੇ ਧੰਨ ਆਪਣਾ ਦੀਵਾਨ ਅੱਜ ਦਾ ਜੋ ਬਾਬਾ ਜੀ ਦੇ ਅਵਤਾਰ ਦਿਹਾੜੇ ਤੇ ਬੈਠੀਆਂ ਪ੍ਰੇਮ ਨਾਲ ਸੰਗਤ, ਤੇ ਜਦੋਂ ਕੋਈ ਵਚਨ ਹੁੰਦਾ ਉਦੋਂ ਬਾਬਾ ਨੰਦ ਸਿੰਘ ਮਹਾਰਾਜ ਚਲੀ ਜਾਂਦੀ ਸੁਰਤੀ ਵੀ ਧੰਨ ਬਾਬਾ ਜੀ ਬ੍ਰਹਮ ਗਿਆਨੀ। ਬਾਬਾ ਜੀ ਬਾਬਾ ਬੁੱਢਾ ਜੀ ਦੇ ਦਰਸ਼ਨ ਕਰਕੇ, ਬਾਬੇ ਨੇ ਬਚਨ ਸੁਣ ਕੇ ਬੰਦਾ ਬ੍ਰਹਮ ਗਿਆਨ ਦੇ ਰਸਤੇ ਤੇ ਪੈ ਜਾਂਦਾ। ਮੈਂ ਉੱਥੇ ਕਹਿ ਰਿਹਾ ਸੀ ਵੀ ਗੁਰੂ ਅਮਰਦਾਸ ਨੂੰ ਜਦੋਂ ਗੁਰਗੱਦੀ ਦਿੱਤੀ, ਗੁਰੂ ਅੰਗਦ ਸਾਹਿਬ ਨੇ, ਗੁਰੂ ਅੰਗਦ ਸਾਹਿਬ ਕਹਿੰਦੇ ਸਾਡਾ ਰੂਪ ਅਮਰਦਾਸ ਹੋ ਗਿਆ, ਤੇ ਵੀ ਜਿਹੜਾ ਸਾਡੇ ਦਰਸ਼ਨ ਕਰਨੇ ਚਾਹੁੰਦਾ ਟੇਕੋ ਮੱਥਾ, ਰੱਖੋ ਚਰਨਾਂ ਦੇ ਸਿਰ, ਜਿਹੜਾ ਸਿਰ ਚੁੱਕੂਗਾ ਨੂੰ ਗੁਰੂ ਨਾਨਕ ਦੇ ਦਰਸ਼ਨ ਹੋਣਗੇ। ਗੁਰੂ ਨਾਨਕ ਵਾਲੀ ਜੋਤ ਅਮਰਦਾਸ ਦੇ ਚਲੀ ਗਈ ਹਿਰਦੇ ਚ। ਬਾਬਾ ਬੁੱਢਾ ਬਹੁਤ ਚਿਰ ਉਦੋਂ ਵੀ ਪਹਿਲਾਂ ਦੇ ਆਏ ਸੀ, ਤੇ ਵੇਖੋ ਸਾਰਿਆਂ ਨੇ ਮੱਥਾ ਨਹੀਂ ਟੇਕਿਆ। ਸਭ ਤੋਂ ਪਹਿਲਾਂ ਬਾਬਾ ਬੁੱਢਾ ਜੀ ਨੇ ਅਮਰਦਾਸ ਸਤਿਗੁਰੂ ਨੂੰ ਮੱਥਾ ਟੇਕਿਆ। ਕਹਿੰਦੇ ਕਮਲਾ ਹੋਇਆ, ਪਹਿਲਾਂ ਗੁਰੂ ਨਾਨਕ ਨੂੰ ਛੱਡਿਆ, ਹੁਣ ਤੂੰ ਗੁਰੂ ਅੰਗਦ ਸਾਹਿਬ ਨੂੰ ਵੀ ਛੱਡਤਾ, ਹੁਣ ਇਹਨੂੰ ਮੱਥਾ ਟੇਕਿਆ। ਬੜਾ ਸੋਹਣਾ ਵਚਨ। ਬਾਬਾ ਬੁੱਢਾ ਜੀ ਕਹਿੰਦੇ ਮੈਂ ਸਰੀਰ ਦਾ ਗਾਹਕ ਨਹੀਂ, ਮੈਂ ਤਾਂ ਗੁਰੂ ਨਾਨਕ ਦਾ ਗਾਹਕ ਹੈ। ਕਹਿੰਦੇ ਚੱਲ ਜਿੱਦੋਂ ਨੂੰ ਜਾਵੇਗਾ ਤੇਰੇ ਮਗਰ ਹੀ ਜਾਊਂ, ਮਗਰ ਹੀ ਜਾਊਂ। ਵੇਖੋ ਹੈਰਾਨ ਵਾਲੀ ਗੱਲ ਹੈ। ਚੌਥੇ ਪਾਤਸ਼ਾਹ 6 ਸਾਲ ਸੇਵਾ ਕੀਤੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਦੀ। 6 ਸਾਲ ਕਾਲਾ ਸ਼ਾਹ ਦਾੜਾ ਸੀ, ਸਰੀਰ ਦੀ ਉਮਰ ਬਹੁਤ ਥੋੜ ਗਈ ਸੀ, ਛੋਟੀ ਵਸਤ। ਫਿਰ ਅਮਰਦਾਸ ਪਾਤਸ਼ਾਹ ਦੀ ਸੇਵਾ 'ਚ ਬਾਬਾ ਬੁੱਢਾ ਜੀ ਤੇ ਗੁਰੂ ਰਾਮਦਾਸ ਇਕੱਠੇ ਹੀ ਸੀ, ਸੇਵਾ 'ਚ ਇਕੱਠੇ। ਤੇ ਬਸ ਆਖਿਆ ਗੁਰੂ ਰਾਮਦਾਸ ਸਾਡਾ ਗੁਰੂ ਹੋ ਗਿਆ, ਗੁਰਗੱਦੀ ਦਾ ਤਿਲਕ ਦਿੱਤਾ। ਸਭ ਤੋਂ ਪਹਿਲਾਂ ਬਾਬਾ ਬੁੱਢਾ ਜੀ ਨੇ ਚੌਥੇ ਪਾਤਸ਼ਾਹ ਨੂੰ ਮੱਥਾ ਟੇਕਿਆ, ਬਾਲੇ ਨਹੀਂ ਟੇਕਿਆ, ਕਿੰਤੂ ਪ੍ਰੰਤ ਚ ਹੀ ਰਹਿ ਗਏ। ਕਿੰਤੂ ਪ੍ਰੰਤ ਚ ਰਹਿਣ ਵਾਲਾ ਬੰਦਾ ਕਦੇ ਵੀ ਗੁਰੂ ਮਹਾਰਾਜ ਤੋਂ ਝੋਲੀ ਨਹੀਂ ਭਰਾ ਸਕਦਾ। ਪ੍ਰਸੰਨਤਾ ਲੈਣੀ ਬਹੁਤ ਔਖੀ। ਕਿਸੇ ਦੇ ਘਰੇ ਜਾਈਏ ਆਪਾਂ, ਉਹਨੂੰ ਕਹੀਏ ਕੰਧ ਨੂੰ ਟੀਪ ਹੋਣ ਵਾਲੀ ਹੈ, ਥਮਲੇ ਨੂੰ ਤੇੜ ਆਈ ਪਈ ਹੈ, ਤਖਤੇ ਤੇਰੇ ਟੁੱਟੇ ਪਏ ਆ, ਉਹ ਕੀ ਕਹਿੰਦਾ? ਉਹ ਕਹਿੰਦਾ ਮੰਜੇ ਤੇ ਬਹਿ ਜਾ, ਪ੍ਰਸ਼ਾਦਾ ਛਕ ਲੈ, ਘਰੇ ਤਾਂ ਅਸੀਂ ਰਹਿਣਾ, ਤੂੰ ਤਾਂ 4 ਮਿੰਟ ਰਹਿਣਾ। ਤੇ ਜੇ ਉਹ ਐਂ ਕਰੀ ਜਾਵੇ, ਉਹ ਕਹਿੰਦੇ ਜਗ ਚੱਲ ਤੁਰ, ਪ੍ਰਸ਼ਾਦਾ ਵੀ ਨਹੀਂ ਮਿਲਦਾ। ਕਹਿੰਦੇ ਕਮਜ਼ੋਰੀਆਂ ਸਾਧੂ ਵਿੱਚ ਗੁਰੂ ਚ ਫੜਨ ਵਾਲਾ, ਉਹਨੂੰ ਪ੍ਰਸ਼ਾਦਾ ਵੀ ਨਹੀਂ ਜੁੜਦਾ। ਆਣ ਕੇ ਬਹਿ ਜਾ, ਰਿਸ਼ਤੇਦਾਰ ਨਾਲ ਮੇਲ ਕਰ ਲਾ, ਗੱਲਬਾਤ ਕਰ ਲਾ, ਬਾੜੀ ਗੱਲ ਕੋਈ ਸੇਵਾ ਕਰਾ ਲਾ। ਕਹਿੰਦੇ ਰੋਟੀ ਤਾਂ ਰੋਟੀ ਖੰਡ ਘਿਓ ਵੀ ਪਵੇਗਾ, ਤੇ ਪ੍ਰੇਮ ਵੀ ਹੱਦ ਦਾ ਵੱਧ ਜਾ। ਗੁਰਮਤਿ ਦੇ ਸੂਲ ਹੈ ਵੀ ਤਾਂ ਢੀਠ ਹੋ ਕੇ ਲੰਘਣਾ ਪੈਣਾ ਆਪਾਂ ਨੂੰ। ਪੰਚਮ ਪਾਤਸ਼ਾਹ ਨੂੰ ਗੁਰਗੱਦੀ ਦਾ ਤਿਲਕ ਦਿੱਤਾ। 6ਵੇਂ ਪਾਤਸ਼ਾਹ ਵੇਖੋ, ਇਤਿਹਾਸ ਅੱਗੇ ਤੁਸੀਂ ਸੁਣਦੇ ਹੀ ਆ, ਪਿਰਥੀ ਚੰਦ ਦੀ ਈਰਖਾ ਕਰਦਾ ਸੀ, ਤੇ 21 ਸਾਲ ਗੁਰੂ ਅਰਜਨ ਸਾਹਿਬ ਦੇ ਬੱਚਾ ਨਹੀਂ ਹੋਇਆ ਸ਼ਾਦੀ ਤੋਂ ਬਾਅਦ। 21 ਸਾਲ ਮਾਤਾ ਗੰਗਾ ਜੀ ਨੇ ਆਖਿਆ ਜੀ ਇੱਕ ਪੁੱਤਰ ਬਖਸ਼ ਦਿਓ। ਗੁਰੂ ਜੀ ਕਹਿੰਦੇ ਤੇਰਾ ਫੁਰਨਾ ਕਿਵੇਂ ਬਣਿਆ? ਕਹਿੰਦੇ ਤੁਹਾਡੇ ਭਰਾ ਨੇ ਤਾਨਾ ਮਾਰਿਆ, ਅਰਜਨ ਉਤਰਾ ਜਾਊਗਾ, ਅਰਜਨ ਕਪੁੱਤਾ ਜਾਊ। ਨਿਵਰਤਾ ਦੇ ਪੁੰਜ ਗੁਰੂ ਅਰਜਨ ਸਾਹਿਬ ਕਹਿੰਦੇ ਭੁੱਲ ਗਏ ਗੰਗਾ, ਉਹ ਗੁਰੂ ਰਾਮਦਾਸ ਦਾ ਵੱਡਾ ਸਾਹਿਬਜ਼ਾਦਾ ਹੈ, ਮੈਥੋਂ 15 ਸਾਲ ਵੱਡਾ ਹੈ, ਉਹਨੇ ਸੇਵਾ ਵੀ ਜ਼ਿਆਦਾ ਕੀਤੀ ਹੈ, ਦਰਸ਼ਨ ਵੀ ਜ਼ਿਆਦਾ ਕੀਤੇ ਹੈ।
ਤੇ ਜੇ ਉਹਨੇ ਵਚਨ ਕਰਤਾ ਨਾ ਤੇ मैं ਉਹਦਾ ਵਚਨ ਮੋੜ ਨਹੀਂ ਸਕਦਾ। हैरान वाली गल है, मैं ਉਹਦਾ वचन मोड़ नहीं सकता ते मैनू कबूता जाना मंजूर है, पर पिरथी चंद मेरे भाई की रसना ते ताकत होनी भी जरूर है। बहुत बड़ी गल है। उन्हां दा वचन होना पूरा होना भी चाहिए है, मेरे नाम पुत्र होना भी चाहिए है। बहुत बड़ी गल। आपां तां मक्खी नहीं बैठण दिंदे, फर्क ही बड़ा। ये किते कह दे भी अर्जन उतरा कबूता जाऊ ते आपां ये गल कहांगे कोई गल नहीं, फिर ला देंगे सौदा, जां मुंडे नूं देवांगे पोते नूं देवांगे मार, फिर उन्होंने पूछांगे बदी। देखो किन्नी निवड़ता, हैरान वाली गल। कहते मैनू कबूता जाना मंजूर है, मेरे भाई की रसना में ताकत जरूर है। 6 दिन माता जी ने प्रशादा नहीं छकिया। जो 7वां दिन ना मंजे ते उठे ही ना गया, संगतां ने आख्या घर दे विच कोई गलबात है। गुरु अर्जन साहब के घर च कोई गल है। माता जी देने आउंदे सी प्रशादा लेके, सुबह भी दुध लिया नाल रोड़ी कुट के सेवा करके जाते सी। पता लो की गल। जो पूछा माता के शरीर पीड़ा होया पिया सी, मंजे ते पे सी। माता जी नेत्र च जल आ रहे। माता जी संगतां नूं कहंदी देखो गुरु नानक दे 2 पुत्र होए, गुरु अंगद साहब दे भी 2 होए, अमरदास पातशाह दे 3 होए, 2 होए, चौथे पातशाह दे 3 होए, 5वां गद्दी ते दुनिया नूं पुत्र वंडण वाला लोग कहणगे भी पुत्र नहीं होया। मैं इस तरीके दे ताने सुन नहीं सकती, यदि कोई मालूम नहीं है। मेरे दिल ते जख्म हो गए। संगतां नूं आख्या भी मैं तां हुण गुरु जी तो 6 दिन हो गए बेनतियां करदे। गुरु इन्हें नूं गुरु जी आ गए। गुरु जी कहते भोली गंगा उठ, दीवा जगा, चुल्हे अग पा, प्रशादा बना। माता गंगा जी कहने लगे जी मैं तो दीवा जगा दूं ते दीवे च तेल पाने वाला मगरों कोई है नहीं। ते मैं 6 दिन हो गए तुहानूं बेनतियां करदियां नूं, मैं कोई खादा नहीं, शरीर कमजोर हो गया। हुण जो उठ के मत्था टेकन लगे, माता जी दाड़ देने डिगन लगे तो संगतां ने फड़ ले मंजी ते पा दित्ते। हौली देने माता जी कहते चंगा तुसीं आपदे भाई दा वचन तां नहीं मोड़ना, ते मेरी दासी 21 साल सेवा की, निमाणी दी बेनती तां नहीं मननी तुसीं। हुण एक बेनती मान लो, किहड़ी भी मैं आप जी नूं दुनिया तो उतरे कपुत्ते जांदे नहीं वेख सकदी, ते अज किरपा करो मेरे शरीर ते पर्दा पा के मैनूं सचखंड च थां ही दे दिओ। जदों इन्नी गल कही ना, संगतां बहुत अपने कोल, संगतां दा प्रताप बहुत हुंदा। हुण बाबा दी मेहर है ते राज प्रशादा छकाया सीगा ते 50 बंदे उधर बैठे, 50 उधर बैठे सी जिहड़े सेवा कर रहे हैं। मिस्त्री सिंह सेवादार चंगे चंगे बंदे, इधर पासे बैठे सी तकरीबन 150 प्राणी बैठे। ये प्रशादा बनया नहीं, कोई उत्थे आया ही सब। एडा प्रताप है जाने, पैसा नहीं, तनख्वाह नहीं, चाह ना सेवा। फिर रात को दुआन तो जाइदा 1 बजे 1 बजे लगे होंगे। अज मिस्त्री कहते गुरुद्वारे का काम है जी, गुरुद्वारा सुनना उहदा बगल नहीं है, तो मैं अज का दिन ही लाउणा। मैं कि इत्थे भी बाबे का नगर कीर्तन आ रहा, टाइम बाबे का अवतार दिहाड़ा, चल तू 2 दिन ला दे। वो कहते 2 दिन तो मुश्किल है, मैं चल 3 दिन ला दे। वो कहते मैं थोड़ा कहना 1 दिन, मैं कहा चल 1 दिन ला दे, कहते 1 दिन, मैं चल 1 दिन आप 3 बना लें।
मैं रात को 1 बजे कहना हाँ जी 1 बजे ते ला देंगे, रोज 1 बजे ते ला देंगे, ते रात का 1 दिन बन जाऊगा, 2 दिन ये बन जाएंगे। कहते जो गरीबी होवे ओवर टाइम लाउन लग जाए तो कहते गरीबी निकल जाती। मैं चंगा 2 दिन ला दे तो 3 दिन तेरे इथों दिहाड़ी 3 दिन की देवांगे दरगाह च। ये है कमाई बिच दुनिया सेव कमाई है ते दरगाह यही दरगाह, कोई होर दरगाह किथे वेखी किसी ने? आ दरगाह जेड़े सेवा करते वही बहिंदे इत्थे, वही बहिंदे आ जेड़े सेवा करते। तो उत्थे साध संगत भी किड्डी अपने घर च मेहर। उत्थे संगतां ने जदों माता जी ने आख्या परमेश्वर हुण पड़दा पा दिओ, हुण मैं जिउंदे नहीं रहना। संगतां ने चरण फड़ ले, गुरु अर्जन डिग पई संगत। देखियो वेखो सच्चे बादशाह बचन ना कर दिओ। कोई कहे मैं मर के आउण नूं तैयार हां, कोई कहे मैं खून डोलण नूं तैयार हां, कोई कहे मैं तीर्थां की यात्रा करन नूं तैयार हां। कर दिओ किरपा, एक पुत्र बख्श दिओ। संगत का पारडा पार है, संगत की अरदास बहुत वड्डी है, वड्डी है। गुरु अर्जन साहब मेहर दे घर विच आए, कहते साध संगत गंगा मेरे जिदा भाव नहीं मैं पुत्र बख्श दिया। कोई गुरु नानक का सिख होवे, सिख कोई गुरु नानक का सिख होवे, ਉਹਦੇ ਹਿਰਦੇ ਵਿੱਚ ਗੁਰੂ ਨਾਨਕ ਦੀ ਮਿਹਰ ਦਾ ਚੌਂਕੜਾ ਵੱਜਿਆ ਹੋਵੇ, ਉਹ ਕਿਤੇ ਬਚਨ ਕਰ ਦੇਵੇ ਫਿਰ ਪਿਰਥੀ ਚੰਦੀ ਕੋਈ ਪਾਵਰ ਨਹੀਂ। ਉਹ ਟਾਈਮ ਤੇ ਕਹਿੰਦੇ 250 ਸਿੱਖ ਤਾਂ ਗੁਰੂ ਜੀ ਦੇ ਕੋਲੇ 24 ਘੰਟੇ ਰਹਿੰਦਾ ਸੀ। ਪਰ ਗੁਰੂ ਜੀ ਕਹਿੰਦੇ ਕੋਈ ਸਿੱਖ ਤਾਂ ਸਾਰੇ ਸੀ, ਇਤਨ ਬੇਗਮ ਸਾਰੇ ਸਿੱਖ ਹੀ ਹੈ। पर आख्या कोई गुरु नानक का सिख हो, गुरु नानक कैसा होवे, उहदे हिरदे च गुरु नानक की मेहर का चौंकड़ा। माता जी कहते परमेश्वर मुल्लां दी दौड़ मसीतां ताईं, मैं तो जिद्दे दी विआही आई हाँ घरों दरबार ते दरबार तो करे। तुसी दसो किथे रहिंदा गुरु नानक दा सिख? सारे सिख नहीं सी कोले रहने वाले सी, पर जमातां सारियां पास सब तो मूहरे बाबा बुढ़ा ही नजर आया ना। आखिर दसो, माता गंगा जी कहते मैं उस सिख कोले जाके रंबी दे नाल अपनी खल्ली ला के बिछाना दे मैं चरण थले। दसो किहड़ा सिख? गुरु अर्जन साहब कहते भुल गए गंगा, पहले पातशाह दे भी दर्शन किए इन्हां अखां नाल, दूसरे तीसरे चौथे, हुण साडे कोले भी आउंदी है, साडे चरणां ते मत्था टेकदे आ ते बीड़ च रहिंदे आ ते गऊआं नूं चार के दुध भर के चो के इत्थे लिआउंदे आ। सारी दिहाड़ी काम करते सेवा, फिर रात को फिर दुध लिया, फिर सरोवर की परिक्रमा ते मसाला जगा के ते बाबा बुढ़ा जी ते परिक्रमा ते कीर्तन करते। बाबा जी की मर्यादा तोरी भी सी, बाबा बुढ़ा जी ते सरोवर ते परिक्रमा होंदी जिवें अपने इत्थे भी सारे होंदी है। ते भुल गए गंगा, उन्होंने हिरदे विच गुरु नानक की मेहर का चौंकड़ा। पर आख्या खाली हथी ना जाओ, खाली हथी प्रशादा लेके जाओ। माता जी शरीर कमजोर सी, गुरु जी का वचन करके चले गए। माता जी ने आख्या रात लियाओ, काली सी, लंगर जो प्रशादा लियाओ। रात जोड़ लिया, संगतां नूं जिवें अपनी कई गड्डी नूं धक्कण लग जांदे, जो दीवान की समाप्ति होंदी है
ते रात संगतां ने मगरों इन्ना भजाया ते कुछ माता जी ने 2 बज गए ते बाबा जी रामचना हो जाना। उधर बाबा जी खड़े सी गऊआं चार ते बाबा जी ने आख्या गर्द उड़दी है, गऊआं त्रिभकदियां, नेरी आउंदी है। सिख ने सह सवाया आख्या जी गुरु कहंदा नरात आ रहा है, गुरु की नगरी बनो। सह किथे वास्ता चले गए। बाबा जी कहन लगे दोपहरे किधर गुरु के नूं भाजड़ पई हुई है। यह मजा जो गुरु अर्जन साहब नूं लैन वास्ते आए है, चंदू ने भेजे है फड़न वास्ते, उदो दोपहरे घेरा पाया गुरु अर्जन साहब। बचन किथे चलिया गया। कई वचन इहो जिहे अगला हैरान होंदा भी बाबा बुढ़ा जी का वचन आ जानी नंगी दरबार वचन बन जाता है। दतारा खंडा मगर भी खड़े थे, मूरले खड़े दे भी बज जाते। किन्नी वास्ता उच्ची बन गई। पर जदों माता जी गए, माता जी का फुरना सी भी तो घर की गल है। जो बाबा जी घरे दुध लेके आते हैं, गुरु अर्जन साहब के चरणों से मत्था टेकते तो मेरे चरणों से भी टेकते। साडे घर का सिख है तो हौमा पैगी, ये तो चुटकी की गल है। नहीं नहीं, शेर ते सप ते साध दरिया ते ख्याल नहीं पैर धरना चाहिए। कहीं ख्याल ना पता नहीं शाल लाउनी दरिया ने बिच ही सिट लेना। ये दरबार में आए पैर संभल के धरना चाहिए। कहते सप दे बूर भी पैर ख्याल ना धरना चाहिए, साधु दे मूहरे भी। ते माता जी कहते ये केड़ी गल है। जदों गए बाबा जी प्रसादा छको, बोले ही नहीं। दूजी बाबा जी प्रसाद, बाबा जी कहते माई मैनू नहीं भुख ना मत्था टेके। जिथे भी शक्ति वरतदी, शक्ति मुंड गुरु नानक दी भी वरतदी, किसी शरीर विच दी वरतदी। ते सिख ने आख्या माता जी वाला ना मिलाओ। बाबा जी नूं बहुत उच्ची अवस्था च कहंदे सी दोपहरे किधर गुरु के नूं भाजड़ पई है। माता जी कहते आए आख्या कि हाँ। माता जी ने आखो हो सोचा गल नूं सारे। माता जी ने आख्या हजे भी मेरे कर्मां च फर्क है। कौन सी? गुरु अर्जन साहब दे घरों ते जाए गए। केड़ी दुकान ते? बाबे बुढ़े दी दुकान ब्रह्म ज्ञानी दी। ते की आख्या? माता जी रोंदे ही रथ च रह गए, रोंदे रथ च रह गए। गुरु अर्जन साहब आए शाम को। गुरु जी कहते भुल गया गंगा गए नहीं बाबा बुढ़ा जी को। कहते गए लैन बार गए, मिल गया शराब। गुरु जी कहते ब्रह्म ज्ञानी ना तो वर दिंदा ना शराब दिंदा। ब्रह्म ज्ञानी सदा निर्लेप जैसे जल में कमला लेप। कमल का फुल होंदा, ज्यों ज्यों पानी वधूगा कमल का फुल निर्लेप ही रहिंदा, डुबदा नहीं। ब्रह्म ज्ञानी सदा निर्लेप जैसा जल में कमल अलेप। बर वो ले जाते जिहड़े सेवा करते हैं, शराब वो ले जाते जिहड़े कमजोरियां समझते, कमजोरियां फड़ लेंदे आ। उधर कोई कमी नहीं है। प्रसादा नहीं लगाए जी, लगाए सी। किने बनाया? संगतां ने। गुरु अर्जन साहब कहते अच्छा प्रसादा संगतां बनाउण ते मुंडा तुसीं झोली च पवाओ। ये कित्थे लिखिया वा? देखो धार नहीं है गल, चाहे बाहर लजिया करता। असीं गए काहदे सी? खरात से। अच्छा चढ़ाई करके गए सी। किन्ने गए? 12-13 बंदे, 20-25 माइयां। इन्हां ने की करना सी? नहीं नहीं तुहानूं जाना ही नहीं आया, तुसीं नंगे पैरी जाना सी।
ਪ੍ਰਸ਼ਾਦਾ ਹੱਥਾਂ ਨਾਲ ਤਿਆਰ ਕਰਨਾ ਸੀ, ਜਾਣਾ ਨਹੀਂ ਆਇਆ, ਭੁੱਲ ਹੋ ਗਈ, ਕੱਲ ਨੂੰ ਜਾਵਾਂ। ਮਾਤਾ ਜੀ ਉੱਠੇ, ਜਪਜੀ ਸਾਹਿਬ ਪਾਠ ਕੀਤਾ। ਮਾਤਾ ਜੀ ਨੇ ਚੱਕੀ ਦੇ ਨਾਲ 21 ਸਾਲ ਬਾਅਦ ਅਥੜੇ ਨੂੰ ਹੱਥ ਪਾ ਕੇ ਆਟਾ ਪੀਠਾ, ਪੈ ਗਈ ਛਾਲੇ ਕੋਮਲ। ਫਿਰ ਦੁੱਧ ਰੜਕਿਆ, ਰੱਸੀਆਂ ਘੁੱਟੀਆਂ ਨਾ ਜਾਣ, ਟਸ ਟਸ ਛਾਲੇ। ਜਦੋਂ ਬੰਦਾ ਸੇਵਾ ਕਰਦਾ ਨਾ, ਇੱਥੇ ਸਰੀਰ ਦੁਖਦਾ ਹੋਵੇ, ਅੱਡੀਆਂ ਪੈਰ ਡਿੱਗੂ ਡਿੱਗੂ ਕਰੇ, ਉਦੋਂ ਰੱਬ ਨੂੰ ਪਤਾ ਲੱਗਦਾ ਵੀ ਮੇਰਾ ਸਿੱਖ ਮੇਰੀ ਸੇਵਾ ਵਿੱਚ ਲੱਗਿਆ, ਸੇਵਾ ਵਿੱਚ ਲੱਗਿਆ। ਕੱਲ ਇੱਕ ਪ੍ਰੇਮੀ ਆਇਆ ਸੀ, ਪਹਿਲਾਂ ਵੀ ਆਇਆ ਸੀ, ਉਹ ਕਹਿੰਦੇ ਸੀ ਡਾਕਟਰ ਕਹਿੰਦੇ ਪ੍ਰਸ਼ਨ ਤੇਰੀ ਡੈਗ ਸੇਲੀ ਵੀ ਆ, ਮਣਕੇ ਵਿੱਚ ਬੜੇ ਵੀ। ਮੈਂ ਕਿਹਾ ਸੇਵਾ ਚੱਲਦੀ ਤੇ ਮੁੜਕਾ ਲਿਆ ਤੇ ਪਤਾ ਲੱਗ ਜੇ ਰੱਬ ਨੂੰ ਸੇਵਾ ਕਰਦਾ। ਸ਼ਹੀਦਾਂ ਦਾ ਪਹਿਰਾ, 4 ਚੁਫੇਰੇ ਸ਼ਹੀਦ ਫਿਰਦੇ ਘੋੜਿਆਂ ਤੇ, ਜਿਹੜਾ ਸੇਵਾ ਕਰਦਾ ਉਹ ਵੇਖਦੇ ਆ, ਤੇ ਮੈਂ ਤੇਰੇ ਬਲ ਸਾਰੇ ਕੱਢ ਦੇਣਗੇ। ਤੇ ਪਰ ਬਾਬਾ ਦੀ ਮਿਹਰ, ਉਹਨੇ ਮੰਨਿਆ, ਸੇਵਾ ਬਹੁਤ ਕੀਤੀ। ਚੌਥੇ ਦਿਨ ਅਸੀਂ ਇੱਧਰੋਂ ਜਾਂਦੇ ਉੱਧਰੋਂ ਆਉਂਦੇ, ਮੈਂ ਕਿਵੇਂ ਆ? ਕਹਿੰਦਾ ਤੁਹਾਡੀ ਮਿਹਰ ਆ ਕੇ। ਕਹਿੰਦਾ ਡਾਕਟਰ ਕਹਿੰਦੇ ਸੀਗੇ ਆਪਰੇਸ਼ਨ ਹੋਊ ਵੱਡਾ ਤੇ 40 ਦਿਨ ਪੈਣਾ ਪਊ, 18,000 ਰੁਪਈਆ ਲੱਗੂਗਾ ਪਹਿਲਾਂ। ਤੇ ਅੱਜ ਉਹ ਮੈਂ ਕਿਹਾ ਜੀ ਤੇਸੀ ਨੇ ਟੱਕ ਲਾ, ਉਹ ਐਂ ਬੈਠਾ ਜਿਵੇਂ ਪਹਿਲਾਂ ਮੁੰਡੇ ਬਹਿੰਦੇ, ਜਵਾਕ ਬਹਿੰਦੇ, ਬਾਹਰ ਟੱਕਦਾ ਹੁੰਦਾ, ਸਾਰੀ ਦਿਹਾੜੀ ਲਾਈ ਗਿਆ। ਮੈਂ ਕਿਹਾ ਕਿਵੇਂ ਆ? ਕਹਿੰਦਾ ਹੁਣ ਪਤਾ ਹੀ ਨਹੀਂ ਲੱਗਦਾ, ਮਿਹਰ ਹੋ ਗਈ, ਮਿਹਰ ਹੋ ਗਈ। ਤੇ ਪਹਿਲਾਂ ਕਹਿੰਦੇ ਮੈਂ ਢਿੱਲਾ ਬਾਬਾ ਜੀ, ਪਿੰਡ 2 ਦਿਨ ਲਾਇਆ ਵਾ, ਮੈਂ ਥੱਕ ਜਾਣਾ, ਬਾਲਾ ਲੱਕ ਜਾਮ ਹੋਇਆ ਪਿਆ ਤੇ ਅੱਡੀਆਂ ਦੁਖਦੀਆਂ। ਮੈਂ ਨਹੀਂ, ਤੂੰ ਕੋਈ ਨਹੀਂ, ਦੱਬ ਕੇ ਸੇਵਾ ਕਰ। ਅਸੀਂ ਆਗਿਆ ਦਿੱਤੀ ਨਹੀਂ, ਤੇ ਬਾਬਾ ਦੀ ਮਿਹਰ ਆ। ਕਹਿੰਦਾ ਹੁਣ ਤਾਂ ਜਿੱਥੇ ਮਰਜੀ ਭੇਜ ਦਿਓ, ਪਹਿਲਾਂ ਕੋਠੇ ਤੇ ਚਾੜ ਦਿਓ, ਗੋਲੇ ਵਰਗਾ ਸਿਰ ਲੈ, ਗੱਲ ਨਹੀਂ, ਕੋਈ ਬਾਤ ਨਹੀਂ, ਉਹਦੀ ਮਿਹਰ ਪਤਾ ਲੱਗ ਜੇ। ਦਾਸ ਦੇ ਅੱਖੀ ਵਰਤਵਾਨ ਨੇ, ਕੋਈ ਸੇਵਾ ਕਰਕੇ ਵੇਖੋ, ਸੇਵਾ ਕਰਕੇ ਥੱਕ ਜੇ ਨਾ, ਸਰੀਰ ਟੁੱਟੀ ਜਾਂਦਾ ਹੋਵੇ, ਤੇ ਸਤਿਗੁਰੂ ਘੋੜੇ ਤੇ ਉਹਦੀ ਪ੍ਰਕਰਮਾ ਕਰਦੇ। ਮੈਂ ਇਹਨਾਂ ਆਨਿਆਂ ਨਾਲ ਵੇਖ, ਪ੍ਰਕਰਮਾ ਕਰਦੇ, ਉਹਦੇ ਤੇ ਲੈਟ ਪਾਉਂਦੇ, ਬਾਹ ਸਿੰਘਾ ਤੂੰ ਮੇਰੇ ਵਰੋਂ ਸਾਏ ਸਾਧੂ ਦੀ ਬਚਨ ਤੇ ਪੈਰ। ਤੁਸੀਂ ਤਜਰਬਾ ਕਰਕੇ ਵੇਖ ਲਓ, ਤਜਰਬਾ ਕਰਕੇ। ਇੰਨੀ ਸ਼ਕਤੀ ਤਾਂ ਕੰਮ ਕਰਦੀ ਹੈ, ਤਾਂ ਅਗਲਾ ਆਉਂਦਾ। ਪਰ ਜਿੱਥੇ ਮਰਜ਼ਾਦਾ, ਜਿੱਥੇ ਵਿਵੇਕ ਹੈ, ਜਿੱਥੇ ਪੂਜਾ 'ਚ ਬੁਰਾ ਹਾਲ ਹੋ ਗਿਆ, ਭੁੱਕੀ ਦਾ, ਮੀਟ ਦਾ, ਸ਼ਰਾਬ ਦਾ ਬੁਰਾ ਹਾਲ, ਗੱਲਾਂ ਦਾ, ਸਿਆਸਤ ਦਾ, ਪਾਰਟੀ ਦਾ। ਅੱਜ ਗੱਡੀ ਲੀਹ ਤੋਂ ਲੈ ਰਹੀ ਹੈ, ਇਹ ਬਿਨਾਂ ਨਾਮ ਤੋਂ ਆ। ਬਾਬਾ ਜੀ ਕਹਿੰਦੇ ਬਿਨਾਂ ਨਾਮ ਤੋਂ ਗੱਲੇ ਖਾਲੀ। ਬਾਬਾ ਜੀ ਦੇ ਬੱਚੇ, ਇਹ ਬਿਨਾਂ ਨਾਮ ਤੋਂ ਆ ਹੋ ਰਿਹਾ ਸਾਰਾ ਕੁਝ। ਜਿੱਥੇ ਨਾਮ ਹੈ ਉੱਥੇ ਉਹਦੀ ਮਿਹਰ ਹੈ। ਦੂਜੀ ਵੇ ਬੋਲੋ, ਮਾਤਾ ਜੀ ਗਏ। ਮਾਤਾ ਜੀ ਪਹਿਲਾਂ ਗੁਰੂ ਰਾਮਦਾਸ ਕੋਲੇ ਪ੍ਰਸ਼ਾਦਾ ਰੱਖ ਕੇ ਕੀ ਆਖਿਆ, ਸੱਚੇ ਪਾਤਸ਼ਾਹ ਹੁਣ ਨਿਮਾਣੀ ਨੂੰ ਖਾਲੀ ਨਾ ਮੋੜਿਓ, ਹੁਣ ਮੈਂ ਗੁਰੂ ਰਾਮਦਾਸ ਤੁਹਾਡੇ ਵੱਲ ਨੂੰ ਆ ਰਹੀ ਹਾਂ। ਕੱਲ ਤੇ ਅੱਜ ਕਿੰਨਾ ਕੁ ਫਰਕ ਪੈ ਗਿਆ। ਬਾਬਾ ਬੁੱਢਾ ਜੀ ਨਹੀਂ ਆਖਿਆ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮੈਂ ਅਜੇ ਖਾਲੀ ਨਾ ਮੋੜਿਆ, ਅੱਜ ਤੁਹਾਡੇ ਵੱਲ। ਅੱਗੇ ਕਿਸੇ ਬੁੱਢਾ ਲੈ ਤਾਂ ਸਾਡੇ ਘਰ ਦਾ ਸੇਵਾਦਾਰੀ ਆ। ਕੱਲ ਤੇ ਅੱਜ ਚ ਇੰਨਾ ਹੀ ਫਰਕ ਪੈ ਗਿਆ, ਫਰਕ ਪੈ ਗਿਆ। ਤੇ ਜਦੋਂ ਮਾਤਾ ਜੀ ਤੁਰੇ, ਪ੍ਰਸ਼ਾਦਾ ਬਣਾ ਕੇ ਬਾਬਾ ਬੁੱਢਾ ਜੀ ਉੱਠੇ 4 ਵਜੇ। ਸ਼ਕਤੀ ਕੰਮ ਕਰਦੀ ਹੈ। 4 ਵਜੇ ਉੱਠੇ। ਜਦੋਂ ਉੱਠੇ ਤੇ ਸਿੱਖ ਨੂੰ ਕਹਿੰਦੇ ਭਾਈ ਸਿੱਖਾ, ਬਾੜ ਜੀ ਪੈਂਦੀ ਪ੍ਰਸ਼ਾਦੇ ਦੀ, ਕੋਈ ਪ੍ਰਸ਼ਾਦਾ ਲਿਆ। ਉਹ ਕਹਿੰਦੇ ਬਾਬਾ ਜੀ ਹਨੇਰਾ ਬਹੁਤ, 4 ਵਜੇ ਆ, ਕੋਈ ਸੁਪਨਾ ਤਾਂ ਨਹੀਂ ਆਇਆ। ਬਾਬਾ ਜੀ ਕਹਿੰਦੇ ਇੱਕਦਮ ਹੀ ਡੋਬ ਪੈਣ ਲੱਗ ਗਿਆ। ਪ੍ਰਸ਼ਾਦਾ ਤਾਂ ਸਾਰਾ ਜੀ ਗਊਆਂ ਨੂੰ ਪਾ ਦਈਦਾ ਰਾਤ ਨੂੰ। ਕਹਿੰਦੇ ਬੇਹਾ ਚੱਕ ਲਿਆ ਤੇ ਵੇਹਾ ਚੱਕ ਲਿਆ, ਚਵੇਹਾ ਚੱਕ ਲਿਆ।
मेरी जान बचा जी। प्रशादी तो सुख है, कहते दरख्त से चढ़ दूर निगाह मार, कोई हाली दे घर वाली प्रशादा लेके आउंदी है, हल वाउण वाले लेके आउंदी बीबियां। कहने कि गुरु की नगरी विच दो बीबियां आउंदियां, सिर ते टोकरा। बाबा जी कहते उत्तर दरख्त तो आप ही चलते उन्हां वल, आपां चलते उन्हां वल। बाबा बुढ़ा जी तुर पे वड्डियां वड्डियां करम भरदे, 2.5 को तुर के चले गए, 2.5 को 5 किलोमीटर। 6 को माता जी आ गए, 6 को माता जी आए। ते जदों दूरों वेख्या माता जी नूं, बाबा बुढ़ा कहते धन माता जी। आ गुरमुखो सुन लो बचन, धन माता जी, धन है तुहाडी कमाई। अज तुहाडे बेटे नूं बड़ी भुख लगी है। बेटा रब बेटा भी बन जाता, तुहाडे बेटे नूं बड़ी भुख लगी आई। माता जी चेहरा लाल हो गया। कल ते अज फर्क ही नहीं है। माता जी ने प्रशादा रख के मत्था टेक के आख्या बाबा जी चलो वापस, तुहाडे वास्ते प्रशादा लेके आए हैं। बाबा जी कहते 2.5 को वापस, जान निकल जू, इत्थे ही लिया। माता जी ने प्रसाद लीड़ा बिछाया, बाबा जी बैठो। बाबा जी कहते मैं लीड़े ते ना ना, मैं तो तुहाडे घर दा गोला। ये गल याद करे, गोले ही ना बोलते। मैं तो तुहाडे घर दा गोला। अपने को तो ज्ञानी जी रहे हैं, ते अज सरजीत दे काका जी आए सी गुरमुख बाहरों, ते वो अखा भरिया, कहते ज्ञानी जी चले गए दरगाह नूं। कहते मैंने 2 बारी दर्शन दिते, उन्होंने दर्शन दिते 2 बारी। ते वेखो कमाई जानी उन्हों दी। कई मौके ज्ञानी जी ने बह जाना, असीं कहना ठंड है, तू गदेला जा खिंच के देने। ओ पातशाह तुहाडे हुंदे ठंड कित्थे? नहीं नहीं, असीं गरीब लोग हुंदे हां। ज्ञानी जी ने कहना जी सानू ऐ ही ठीक है। मैं ज्ञानी जी दुआन ते चलिए, तू कोटी काटी नहीं पातशाह, कोटी की लोड़ नहीं। मैं चोला और पाए ने पाए उन्हें, मैंने 2-3 चोले पा लेने। मैं कहा थल्ले वाला नीवा उतला, कहते जी सोहना लगता, सगा मेरे वाल सारे वेखणगे। कहना मेरे वाल सारे वेखणगे, थल्ले वाला उदू नीमा, उदू उतला, उदू उतला। ऐ तानू घड़ी सुहावी जिहड़ी सेवा विच बतीत हो जाती, बतीत हो जाती। एक दिन असीं बाहरले ठाठ सी, सानू दिने कहंदे पिंड च चोर चार बहुत बदले, ऐ कोरना बन गया। मैं क्या पहरा सख्त चाहिए, हालात ऐसी पिछे जिक्र माड़ा जा पाए। तो जिथे कोठी मगरले पासे मकान दरवाशणी आराम करते हैं, जी किरपान कोड़िया तो मूँह बन्या घुट के पड़ते दुपट्टा छड्डिया, लड़ किरपान के भार ते खड़ा। मैं ज्ञानी जी तुम अंदर ठाठ आ गए, कहता मेरा पहरा होंदा गुरवाशी के नाल। इउं आख्या मैं पहरा होंदा, मैं गुरवाशी नाल रहना। उवें बोले देखो ओदी मंग यही सी भी जाता बाबा जी मैनूं तुहाडे घरे जन्म दे दिओ ते जां मैं तुहाडे घरे पहरा देवां। यानी मैं विचार कर रहा भी सोच की गल कर, सोच। बाबा बुढ़ा जी कहते माता जी मैं लीड़े ते बैठा, तुहाडे घर दा मैं ते चौकीदार। माता जी प्रशादा रखिया, गंढा रखिया बाबा जी के हथ ते बाबा जी ने गंढा फड़ के पढ़िया तू दाता दतार तेरा दिता खावना भगत जिन्ना का संग पाप गवावना गुरमत विच पढ़िया। ते बाबा जी ने गंढे ते गोडे ते रख के मुक्की मार के गंढे नूं भन्निया। भन्न के आख्या माता जी अज तुहाडी सेवा थाए पै गई,
ऐसा योद्धा सूरमा गुरु पीर एक बार तो हरेक ही दिता माड़ा मोटा पर 5 बार दिते। आख्या माता जी ऐसा योद्धा सूरमा गुरु पीर ये 4 बार है। 5वां बार केड़ा गंडे ते मुक्की मार के कहते ऐ जानमा दे सिर भन्निया करे। 5 बार दिते बाबा बुढ़ा जी। ब्रह्म ज्ञानी वेखो हैरान वाली गल हुण हरेक ही ब्रह्म ज्ञानी तुरिया जांदा किवें बण जू। ब्रह्म ज्ञानी वेखो 5 बार दिते ते बार दिते। माता जी कहन लगे बाबा जी ओहो मैं तो आख्या मेरे पति गुरु अर्जन साहब विच ही जोत है। वाकया ही गुरु नानक की जोत गुरसिखां विच भी है ना। गुरसिखां वाकया गुरु जी कहते गुरु नानक का कोई सिख होवे ओदे हृदय गुरु नानक दी। माता जी कहन लगे बाबा जी हज तो तुसीं बुरकी नहीं तोड़ी तैयारी की प्रशादा छकण दी। मैं तो प्रशादा छका के झोली अड्डनी सी भी एक पुत्र बख्श दिओ। बाबा जी कहते माता जी उधर कोई कमी नहीं है, सिख दे आउण विच कमी है, सेवा करन विच कमी हो सकती है, सेवा करन विच कमी हो सकती है। माता जी इस घर विच तां जेड़े सेवा करते फुर नहीं बनते ने सेवा करांगे उन्हां दी पहले ही गुरु नानक झोलियां भर दिंदा। माता जी घर चले गए बड़े खुश हो जाके 550 की देख कराई गुरु रामदास के दरबार च जाके गुरु अर्जन साहब नूं जाके दस्सिया अज बाबा जी ने वर देता, वर भी बड़ा वड्डा दिता। गुरु अर्जन साहब कहते बाबा बुढ़ा जी ब्रह्म ज्ञानी है। गत ब्रह्म ज्ञानी दी प्यारियो ब्रह्म ज्ञानी जाने। 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 गत बाबा बुढ़े दी ब्रह्म ज्ञानी जाने। गत ब्रह्म ज्ञानी दी प्यारियो 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 ब्रह्म ज्ञानी जाने। ब्रह्म ज्ञानी दी गत नूं रहाबी देखो किड्डे सोहणे वचन ते 550 की देख कराई। गुरु अर्जन साहब कहते ये ब्रह्म ज्ञानी की कला कृपा करती। ब्रह्म ज्ञानी वचन करता भुल गए गंगा उन्हां दा वचन तां 3 काल सत है। ब्रह्म ज्ञानी अज दुनिया याद करती बाबा नंद सिंह महाराज ते बाबा जी कुली नूं अग ला जांदे सी। जगरावां दी संगत ने आख्या जी इत्थे अग नजर आउंदी है। बाबा जी ले भाई तुहानूं हुण अग नजर आउंदी है, समा आवेगा जगरावां तो सोना नजर आया करूगा। उदों 35 रुपये तोला सोना सी
ਜਦੋਂ ਬਾਬਾ ਈਸ਼ਰ ਸਮਾਰ ਨੇ ਚਾੜਿਆ ਸੋਨਾ, ਉਦੋਂ 125 ਰੁਪਏ ਨੂੰ ਤੋਲਾ ਸੀ ਸੋਨਾ। ਤੇ ਬਾਬਾ ਜੀ ਨੇ ਬਚਨ ਕੀਤਾ 20 ਦੇ ਵਿੱਚ, ਇਹ ਜਿਹੜੇ ਬਚਨ ਕਰਦੇ ਸੀ, ਤੇ ਬਚਨ ਪੂਰਾ ਹੋਇਆ 53 ਦੇ ਵਿੱਚ। ਵੱਡੇ ਬਾਬੇ ਨੇ ਬਚਨ ਕੀਤਾ ਤੇ ਫੁੱਲ ਚੜਾਏ ਬਾਬਾ ਈਸ਼ਰ ਸਮਾਰ। ਹੈਰਾਨ ਵਾਲੀ ਗੱਲ ਹੈ। ਤੇ ਸੇਵਾਦਾਰ ਨੇ ਆਖਿਆ ਜੀ ਸੋਨਾ ਜਗਰਾਵਾਂ ਤੋਂ ਨਜ਼ਰ ਆਊਗਾ, ਜਗਰਾਵਾਂ 5 ਕੋ ਬਾੜ ਹੈ, ਇੱਕ ਅੱਧਾ ਥੋੜਾ ਤਾਂ ਨਜ਼ਰ ਆਉਣੇ ਨਹੀਂ। ਬਾਬਾ ਜੀ ਨੂੰ ਕਹਿਣ ਲੱਗਾ ਜੀ ਹੱਸ ਕੇ, ਬਾਬਾ ਜੀ ਅਸੀਂ ਮਰ ਜਾਵਾਂਗੇ ਕਿ ਵੇਖਾਂਗੇ ਸੋਨਾ ਲੱਗਿਆ? ਬਾਬਾ ਜੀ ਕਹਿੰਦੇ ਗੁਰਮੁਖੋ ਤੁਸੀਂ ਤਾਂ ਵੇਖੋਗੇ, ਜਗਰਾਵਾਂ ਵੇਖੋ, ਸਾਰਾ ਸੰਸਾਰ ਵੇਖੋ, ਸਾਰਾ ਸੰਸਾਰ ਵੇਖੋ, ਵੇਖੋ ਬ੍ਰਹਮ ਗਿਆਨੀ ਦੀ ਗਤ ਨੂੰ। ਤੇ ਆਪਾਂ ਨੂੰ ਸਮਾਂ ਮਿਲਿਆ ਤੇ ਮਾਤਾ ਜੀ ਜਦੋਂ ਘਰੇ ਗਏ, ਮਾਤਾ ਜੀ ਨੇ ਕਿਹਾ ਦੀਵੇ ਜਗਾ ਦਿਓ, ਜੋਤਾਂ ਜਗਾਓ। ਮਾਤਾ ਜੀ ਦੇ ਗੇਟ ਦੀ ਕੰਧ ਸੀ, ਉੱਤੇ ਦੀਵੇ ਜਗਾਤੇ, ਉੱਤੇ ਜਗਾਤੇ, ਗੇਟ ਤੇ ਜਗਾਤੇ। ਪਿਰਥੀ ਚੰਦ ਤਰੀਕ ਤੋਂ ਆਇਆ, ਘੋੜੀ ਤੇ ਲੰਘਿਆ, ਹੈਰਾਨ ਹੋ ਗਿਆ। ਉਹਨੇ ਕਿ 10ਵੀਂ ਹੈ, ਨਾ ਪੁੰਨਿਆ ਨਾ ਮੱਸਿਆ, ਨਾ ਸੰਗਰਾਂਦ ਹੈ, ਨਾ 5ਵੀਂ ਹੈ, ਨਾ 6ਵੀਂ ਹੈ, ਨਾ 7ਵੀਂ ਹੈ, ਨਾ ਤਰਾਸਤੀ ਹੈ, ਨਾ 84। ਇਹ ਕੀ ਗੱਲ ਹੈ? ਕਿਆ ਦੀਵੇ ਜਗਦੇ ਆ? 10 ਨੂੰ ਭੇਜਿਆ, ਪੁੱਛ ਕੇ ਵੇਖ ਗਿਆ। ਜਦੋਂ ਮਾਤਾ ਜੀ ਦਾ ਚਿਹਰਾ ਲਾਲ ਸੀ, ਉਸਨੇ ਪੁੱਛੇ ਦੀਵੇ ਕਦ ਜਗਦੇ ਆ? ਮਾਤਾ ਜੀ ਕਹਿੰਦੇ ਅੱਜ ਬਾਬਾ ਬੁੱਢਾ ਜੀ ਨੇ ਸੁੱਕੀ ਵੇਲ ਹਰੀ ਕਰਤੀ, ਬਚਨ ਕਰ ਦਿੱਤਾ। ਬ੍ਰਹਮ ਗਿਆਨੀ ਜੀ ਬਾਬਾ ਜੀ ਨੇ, ਉਹਨਾਂ ਦਾ ਬਚਨ 3 ਕਾਲ ਸੱਤ ਹੈ। ਪਿਰਥੀ ਚੰਦ ਜਾ ਕੇ ਦੱਸਿਆ ਬਾਬਾ ਬੁੱਢਾ ਜੀ ਨੂੰ ਵਰ ਦੇ ਤੇ ਵਰ ਵੀ ਦਿੱਤੇ। ਐਸਾ ਯੋਧਾ, ਸੂਰਮਾ, ਗੁਰੂ, ਪੀਰ, ਇਉਂ ਆਖਿਆ ਤੇ ਗੰਡੇ ਤੇ ਮੁੱਕੀ ਮਾਰ ਕੇ ਆਖਿਆ ਐ ਜ਼ਾਲਮਾਂ ਦੇ ਸਿਰ ਭੰਨੇਗਾ। ਜ਼ਾਲਮਾਂ ਦੇ ਸਿਰ ਗੁਰਮੁਖੋ 2 ਵਾਰੀ ਨਹੀਂ ਭੰਨੇ, ਜਦੋਂ ਖੰਡਾ ਚਲਾ ਇੱਕੇ ਟੱਕ ਦੇ ਨਾਲ ਹੀ ਸਾਰੇ ਵੱਡੇ 6ਵੇਂ ਪਾਤਸ਼ਾਹ, ਇੱਕੇ ਟੱਕ ਦੇ ਨਾਲ, 2 ਨਹੀਂ ਟੱਕ ਕੀਤੇ। ਜੇ ਪਹਿਦੇ ਖਾਨ ਵੀ ਇਧਰੋਂ ਖੰਡਾ ਮਾਰਿਆ ਤੇ ਕੱਛੇ ਦੇ ਬੰਨ ਤੇ ਕਰਲਾ ਕੇ ਛੱਡਤਾ, 2 3 ਨਹੀਂ। ਵੇਖੋ ਬਾਬਾ ਜੀ ਦਾ ਬਚਨ ਮੈਂ ਵਿਚਾਰ ਕਰ ਰਿਹਾ, ਕਿੱਡਾ ਬਚਨ ਬ੍ਰਹਮ ਗਿਆਨੀ ਦਾ। ਅਰਦਾਸ ਕਰੋ, ਸ਼ੇਰਨੀ ਦਾ ਦੁੱਧ ਸੋਨੇ ਦੇ ਭਾਂਡੇ ਚ ਪੈਂਦਾ, ਤੇ ਬ੍ਰਹਮ ਗਿਆਨੀ ਦਾ ਬਚਨ ਵੀ ਕਿਸੇ ਕਮਾਈ ਵਾਲੇ ਪੁਰਖ ਦੇ ਹਿਰਦੇ ਚ ਪੈਂਦਾ। ਆਪਾਂ ਕਮਾਈ ਵਾਲੇ ਪੁਰਖ ਬਣ ਜਾਓ। ਉਧਰ ਬ੍ਰਹਮ ਗਿਆਨੀ ਦਾ ਸਤ ਜੀਵ ਹੈ, ਸਦਾ ਹੀ ਬ੍ਰਹਮ ਗਿਆਨੀ ਦਾ ਜਿਉਂਦਾ ਮਰਦਾ ਹੀ ਨਹੀਂ। ਬਾਬਾ ਆਨੰਦ ਸਿੰਘ ਮਹਾਰਾਜ 511 ਸਾਲ ਹੋ ਗਏ ਬਾਬਾ ਬੁੱਢਾ ਜੀ ਨੂੰ ਅਵਤਾਰ ਧਾਰੇ ਨੂੰ, ਤੇ ਅੱਜ ਆਪਾਂ ਇੱਥੇ ਬਚਨ ਕਰਿਆ ਬਾਬਾ ਜੀ ਦਾ। ਉਧਰ ਅੱਜ 10ਵੀਂ ਸੀ ਮਾਲੇ, ਉੱਥੇ ਫਿਰ ਗੁਰਬਖਸ਼ ਉਹਨਾਂ ਨੂੰ ਭੇਜਿਆ, ਸਾਰੇ ਭੇਗ ਗੁਰੂ ਪਿਆਰਿਆਂ ਨੂੰ। ਮੋਹੀ ਜੀ ਉੱਥੇ 10ਵੀਂ ਮਨਾ ਕੇ ਆਏ, ਉਹ 4:30 ਵਜੇ ਆਏ, ਤੇ ਸੰਗਤ ਹਾੜੀ ਸੀ ਜਿਹੜੀ ਬਹੁਤ ਜ਼ਿਆਦਾ ਸੰਗਤ। ਪਹਿਲਾਂ ਸਵੇਰ ਸਦੇਹਾ ਭੁਗਤਾਈ ਸੰਗਤ, 11 ਵਜੇ ਤੇ ਭੁਗਤਾਈ, ਫਿਰ ਅੰਦਰ ਚਲੇ ਗਏ, ਜਲ ਪਾਣੀ ਕਰਿਆ, ਇਸ਼ਨਾਨ ਕਰਿਆ, ਫਿਰ 12 ਵਜੇ ਫਿਰ ਭੁਗਤਾਉਣ ਲੱਗੇ, 12:30, 4:30 ਵੱਜ ਗਏ। ਇਹ ਸਾਨੂੰ ਸੇਵਾਦਾਰ ਕਹਿਣ ਜੀ ਟਾਈਮ ਹੋਣ ਵਾਲਾ 6 ਵੱਜ ਗਏ ਆ, ਵੀ ਖੰਨੇ ਜਾਣਾ। ਹੁਣ ਬਾਬਾ ਦਾ ਪਿਆ ਆਕੜਿਆ ਵਾ, ਗੁਰਬਖਸ਼ ਨੂੰ ਪੁੱਛ ਲਓ, ਕਹਿੰਦਾ ਮੈਂ ਆਕੜਿਆ ਪਿਆ, ਮੈਂ ਖੰਨੇ ਦਵਾਨ ਆ, ਕੰਮ ਵਾਲਾ ਵੱਡਾ ਵੱਢ ਲਿਆ। ਉਧਰ ਮਿਸਤਰੀ ਕਹਿਣ ਜੇ ਟੁਕੜੀ ਵੇਖ ਕੇ ਜਾਓ, ਆ ਲਾਤੀ ਐ ਲਾਤੀ ਹੈ, ਲਾਤੀ ਹੈ, ਤੇ ਉੱਥੇ ਮੈਂ ਟ੍ਰੇ ਲਿਆਓ ਤੇ ਖੜ ਕੇ ਭੁਗਤਾ ਦਿੰਦੇ ਸੰਗਤ। ਤੇ ਬੇਰਾਮੀ ਬਹੁਤ ਸੀ, ਦਾਸ ਤਾਂ ਵਹਿ ਕੇ ਭੁਗਤਾਉਂਦਾ। ਪਹਿਰੇ ਵਾਲੇ ਧਾਨੀ ਆ ਜਿਹੜੇ ਕੋਈ ਇੱਧਰ ਨੂੰ ਕਰ, ਇੱਧਰ ਨੂੰ ਕਰ, ਕੋਈ ਇੱਧਰ ਨੂੰ ਕਰ, ਕਈ ਅੱਖਾਂ 'ਚ ਕੱਢਣ ਲੱਗ ਜਾਂਦਾ, ਮੋਹੀ ਆਪਦੇ ਨੂੰ ਭੁਗਤਾਈ ਜਾਂਦਾ।
ਜਾਂ ਫਲਾਨਾ 200 ਗੱਲਾਂ ਅਗਲਾ ਕਰਦਾ ਹੈ, ਪਹਿਰਾ ਦੇਣਾ ਕਿਤੇ ਖੇਡ ਆ? ਉਹਦੀ ਮਿਹਰ ਦੇ ਨਾਲ ਹੀ ਇਹ ਸਾਰਾ ਕੰਮ। ਜਦੋਂ ਠਾੜ ਬਣ ਲੱਗਿਆ ਨਾ ਬਾਹਰਲਾ ਠਾੜ, ਤੇ ਵੇਖਣਾ ਇਹ ਪਿੰਡ ਦੇ ਵੀ ਸੀ, ਅਸੀਂ ਵੀ ਸੀ। ਪਿੰਡ ਦੇ ਕਹਿੰਦੇ ਜੀ ਹਾਲਾਤ ਖਰਾਬ ਆ, ਵੀ ਉੱਥੇ ਅੰਦਰ ਠਾੜੀ ਪੁੱਤਾ ਲਿਆ ਕਰੀਏ, ਵੀ ਇੱਥੇ ਸੰਗਤ ਨੇ ਆਉਣਾ ਨਹੀਂ। ਉਹ ਦੂਰ ਵੀ ਲੱਗਦੀ ਸੀ, ਜਾਨੀ 1.25 ਕਿਲੋਮੀਟਰ ਅੰਦਰ ਠਾੜ ਤੇ, ਵੀ ਆਉਣਾ ਔਖਾ ਹੈ ਨਾ ਇੱਥੇ ਅੱਡਾ ਕੋਈ। ਮੈਂ ਚਲੋ ਗੱਡੀ 'ਚ ਬੈਠਣ ਲੱਗੇ ਤੇ ਇੱਧਰ ਬਾਬਾ ਜੀ ਨੇ ਦਰਸ਼ਨ ਦਿੱਤੇ। ਬਾਬਾ ਜੀ ਕਹਿੰਦੇ ਇਹਨਾਂ ਦੇ ਆਖੇ ਲੱਗਣਾ ਜੇ ਮੇਰੇ। ਮੈਂ ਆਖਿਆ ਜੀ ਤੁਹਾਡੇ ਨਾਲ ਤਾਂ ਜਾਨ ਤਾਂ ਤੁਹਾਡੇ ਨਾਲ ਹੀ ਚੱਲਦੀ ਆ। ਕਹਿੰਦੇ ਨਹੀਂ, ਸਮਾਂ ਆ ਗਿਆ ਤੀਰਥ ਪ੍ਰਗਟ ਹੋਣ ਦਾ, ਤੀਰਥ ਪ੍ਰਗਟ ਹੋਣ ਦਾ। ਤੇ ਬਾਬਾ ਜੀ ਕਹਿਣ ਲੱਗੇ ਇੱਥੇ ਇਹ ਕਹਿੰਦੇ ਸੰਗਤ ਨਹੀਂ ਹੋਣੀ, ਇਹਨਾਂ ਨੂੰ ਕੀ ਪਤਾ। ਬਾਬਾ ਜੀ ਕਹਿੰਦੇ ਇੱਥੇ ਤਾਂ ਇੰਨਾ ਧੱਕਾ ਪਿਆ ਕਰੂ ਨਾ, ਤੈਨੂੰ ਪਹਿਰੇ ਲਾਉਣੇ ਪੈਣੇ, ਤੈਨੂੰ ਸੰਗਤ ਮਿੱਧਣ ਤਾਂ ਹੀ ਜਾਓ। ਦੇਖੋ ਕਿੱਡੀ ਵੱਡੀ ਗੱਲ ਹੈ। ਸਾਸਤ ਚੰਦਰਮਾ ਨਾਸੀ ਹੋ ਜਾਵੇ, ਬਾਬਾ ਜੀ ਦਾ ਬੋਲ ਨਾ ਡਲੇ। ਚੰਦਰਮਾ ਨਾਸੀ ਹੋ ਜਾਵੇ, ਬਾਬਾ ਜੀ ਦਾ ਬੋਲ ਨਾ ਡਲੇ। ਚੰਦਰਮਾ ਨਾਸ ਹੋ ਜਾਵੇ, ਬਾਬਾ ਜੀ ਦਾ ਬੋਲ ਨਾ ਟਲੇ। ਚੰਦਰਮਾ ਨਾਸ ਹੋ ਜਾਵੇ, ਬਾਬਾ ਜੀ ਦਾ ਬੋਲ ਨਾ ਟਲੇ। ਚੰਦਰਮਾ ਨਾਸ ਹੋ ਜਾਵੇ, ਬਾਬਾ ਜੀ ਦਾ ਬੋਲ ਨਾ ਟਲੇ। ਆਵੇ ਚੰਦਰਮਾ ਨਾਸ ਹੋ ਜਾਵੇ, ਬਾਬਾ ਜੀ ਦਾ ਬੋਲ ਨਾ ਟਲੇ। ਉਹ ਚੰਦਰਮਾ ਨਾਸ ਹੋ ਜਾਵੇ, ਬਾਬਾ ਬੁੱਢੇ ਜੀ ਦਾ ਵਚਨ ਨਾ ਡਲੇ। ਚੰਦਰਮਾ ਨਾਸ ਹੋ ਜਾਵੇ, ਬਾਬਾ ਜੀ ਦਾ ਬੋਲ ਨਾ ਡਲੇ। ਚੰਦਰਮਾ ਨਾਸ ਹੋ ਜਾਵੇ, ਬਾਬਾ ਜੀ ਦਾ ਬੋਲ ਨਾ ਟਲੇ। ਚੰਦਰਮਾ ਨਾਸ ਹੋ ਜਾਵੇ, ਬਾਬਾ ਜੀ ਦਾ ਬੋਲ ਨਾ ਟਲੇ। ਚੰਦਰਮਾ ਨਾਸ ਹੋ ਜਾਵੇ, ਬਾਬਾ ਜੀ ਦਾ ਬੋਲ ਨਾ ਟਲੇ। ਚੰਦਰਮਾ ਨਾਸ ਹੋ ਜਾਵੇ, ਬਾਬਾ ਜੀ ਦਾ ਬੋਲ ਨਾ ਟਲੇ। ਆਓ ਵੱਡੇ ਭਾਗਾਂ ਵਾਲੀਆਂ ਸੰਗਤਾਂ, 10.5 ਮਹੀਨਿਆਂ ਦੇ ਅੰਦਰ ਜਿੱਦੇ ਬਾਬਾ ਬੁੱਢਾ ਜੀ ਨੇ ਵਚਨ ਕੀਤਾ, ਉਸ ਦਿਨ ਤੋਂ 10.5 ਮਹੀਨਿਆਂ ਬਾਅਦ ਹੀ 6ਵੇਂ ਪਾਤਸ਼ਾਹ ਨੇ ਅਵਤਾਰ ਧਾਰਨ ਕਰ। ਤੇ ਜਦੋਂ ਪਿਰਥੀ ਚੰਦ ਨੂੰ ਪਤਾ ਲੱਗਿਆ, ਤੇ ਪਿਰਥੀ ਚੰਦ ਰਜਾਈ 'ਚ ਹੁਣ ਵੀ ਪਿਆ, ਉੱਠਣ ਨਹੀਂ ਦਿੱਤਾ। ਬਾਬਾ ਜੀ ਦੀ ਦਾਤ ਨੇ ਬੜੇ ਯਤਨ ਕੀਤੇ, ਬੜੇ। 6ਵੇਂ ਪਾਤਸ਼ਾਹ ਰੁੜਦੇ ਸੀ, ਕੋਲੇ ਜੋਗੀ ਨੇ ਸੱਪ ਛੱਡਤਾ। ਸੱਪ ਸੀ ਪੁਜਰੰਗਾ, ਜਿਹਨੂੰ ਜਲੇਬੀ ਸੱਪ ਕਹਿੰਦੇ, ਪਿੱਛੇ ਨੂੰ ਤੁਰਦਾ, ਉਹ ਬਹੁਤ ਭੈੜਾ ਹੁੰਦਾ, ਉਹ ਬੈਗ ਤੁਰਦਾ। ਤੇ ਗੁਰੂ ਮਹਾਰਾਜ ਨੇ ਬਾਣੀ ਦੇ ਵਿੱਚ ਕਈ ਤੇ ਆਖਿਆ, ਪਾਸ਼ੀ 10 ਚੌਪਈ ਸੰਤ। ਗੁਰੂ ਜੀ ਨੇ ਕਿਹਾ ਪੁਜਰੰਗ ਸੰਤ, ਜਿਹੜੀ ਸ਼ਬਦ ਹੈ ਗੁਰੂ ਮਹਾਰਾਜ ਦੀ, ਜਿਹੜੀ ਸਮਝਣ ਵਿੱਚ ਔਖੇ, ਕੁੰਡਲੀ ਸ਼ਬਦ ਆ ਸਾਰੇ ਜਾਪ ਸਾਹਿਬ ਦੇ ਗੁਰੂ ਮਹਾਰਾਜ। ਉੱਥੇ ਗੁਰੂ ਜੀ ਨੇ ਪੁਜਰੰਗ ਸੱਪ ਸ਼ਬਦ ਆਖਿਆ ਗੁਰੂ ਨੇ, ਤੇ ਇਸ ਕਰਕੇ ਉਹਦੀ ਜਾਤ ਆਖੀ ਸ਼ਬਦ ਦੀ। ਤੇ ਵੇਖੋ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਤੇ ਬਚਨ ਕਰਤਾ। ਤੇ ਗੁਰੂ ਅਰਜਨ ਸਾਹਿਬ ਬੈਠੇ ਸੀ ਤੇ ਰੋੜੀ ਕੁੱਟ ਰਹੀ ਸੀ ਸੰਗਤ, ਤੇ 200 ਮੋਹਰ ਦਿੱਤੀ, 200 ਰੁਪਈਆ।
जोगी नूं भी छेवें पातशाह कोले सप छड़ दे, सप भजरंगा होवे, वो माड़ी जीभ लावे उहदे बंदा 20 मिनट नहीं लगदे। उन्हें डब्बे च लोहे के जो कढ़े तो सप छड़ता, तो छेवें पातशाह ने ऐसी झुवट भरी, ऐसी रुढ़दे सी उदों, ते ऐसी उहदी धौण नूं हथ पाए, झवट मारी, इन्ना हथ घुट लिया तो सप दे आने बाहर आ गए जी, बाहर आ गए। एक माता वेख रही सी, माता ने दस्सिया भी वो जोगी जांदा, उन्हें छड्डे, जोगी ने फड़ लिया। आपां नूं संगत दा पता ही है, ये जोगी दी सस ते पीटी कीती, पर बखियां तो फड़ के लिया छेवें पातशाह नूं। माता जी भी आ गए, संगत छड़ाउण दा बड़ा यतन कीता, छापा इन्ना घुटता। पंचम पातशाह कहते बाबे बुढ़े का बोल नहीं टलदा, ना बचन सी भी ऐ जानमां दे सिर भन्नेगा, भी जिवें सप का गल घुटता, इवें जिहड़ा चढ़ के आऊगा उहदा भी ऐ गल घुट दिया करूंगा। ये निशानी है। मसा सप छड़ाया ते सप बेहोश सी, ते सप मारी गया। तो इस करके किन्नी कमाई, बचन दे विच बल सी बाबा जी, अपने वचन च भी बल आ सकता जे आप सही मेहने ते सेवा करी। बाबा जी ससले वचन सुन लिया, सेवा की। देखो लीड़िया की कोई परवाह नहीं, दुपट्टा खद्दे का बनी रखियो, ते ऐसी सेवा की। बाबा नानक सिंह कहते हाँ ठीक है, करता करे सो होए, सबने छाला मारिया, वेखोगे मेरा इश भी वड्डिया वड्डिया छाला मारी, किड्डी वड्डी बख्शिश है। सुआओ माई भाई कर्मा वाले है, रास्ता बहुत लम्मा हो जाता, बद चढ़ के आओ, पहला कीर्तन होंदा, ढाडी लगते है, ये लाहा ही है गुरमुखा वास्ते, भागा दे नाल समा बनिया। ते ये लाहा गुरु ग्रंथ साहब कोले बैठण दा जिहड़ा ना, जिहड़ा अपना शरीर बनाया, अखां हथ पैर होर बनाया। एक प्रेमी कहते सी अख दे अन्ने विच जख्म है, जख्म, ते डॉक्टर दिल्ली वाले विखाया सी, वो कहते 5 लाख लगूगा, ते उम्र 45 साल सी। मैं आख्या जिद्दां दी माता दे पेटों ते जन्म लिया उद्दां दी अख बनी है, ते इस अख दे नाल गुरु नानक वेखिया, गुरु ग्रंथ साहब नहीं, कहते नहीं पी खा ली जी, ड्राइवर सीगे, जमे नहीं वेखिया। वेलो हुण कहते 5 लाख लगू अख च, वो भी दिसण दी कोई मैद नहीं है। ते गुरु महाराज ने 2 अखा दित्तियां, उन्हें नहीं किया भी 5 लाख दे मैनूं, नवीं अख देण तो रिपेयर करन नूं आखे 5 लाख लगूगा। वो गुरु महाराज कहते लगूगा कि गुरु जी कहते इन्नी रिवायत हैगी है भी 3 बजे उठ के 6 बजे देना, जिहड़ी मैं तेनों अखां दित्तियां, हथ पैर दित्ते है, शरीर दिता वधिया, जामा दिता, जोत रखी है, गुरु जी कहते इन्ना क सस्ता करजा है, मोड़ दे, अमृत वेले 3 बजे तो 6 बजे उठ के नाम जपिया कर, एक किस्तां मोड़ दे। आप कानून मोड़ दे, मुड़दियां नहीं, मुड़दियां कलयुग दा पैर। पर बाबा नानक सिंह बचन करते सी, भाई जिहड़ा रात दे दुआना चढ़ के बह जांदा, जिहड़ा घाटा पै जांदा 3 घंटे दा, वो दुआना विच पूरा हो जांदा। रब मगर आउंदा, मां प्यो मगर फिरदे बच्चों दे भी बच्चा गुआच ना जावे। गुरु नानक महापुरखा नूं भेजदा भी मेरा सिख गुआच ना जावे, किते नरकां नूं ना चलिया जावे। रब महापुरखा दा रूप धार के भेजदा, रब मगर मगर फिरदा अपने प्यारे ते दुआना विच हारी, जोड़न वर्गा पुन्नी, तोड़न वर्गा पाप। भला कोलों कराया दिओ, भला कुछ भी करो, एक दूजे नूं होर लियाओ, यानी उधर संगत अपने बाहली ज्यादा होंदी है। कम दा तां हैगा, पर कम ठीक है, पर कर्म भी बहुत वधिया चीज है। ब्रह्म ज्ञानी के वचन सुने, किनका बस गया कदे तो बाबा की मेहर ना हेमकुंड आऊगा, कि चढ़ के चढ़ाई सुआओ
ਵੱਡੇ ਭਾਗਾਂ ਵਾਲੀਆਂ ਸੰਗਤਾਂ ਸਮਾਂ ਥੋੜਾ ਜ਼ਿਆਦਾ ਹੋ ਗਿਆ ਤੇ ਕੱਲ ਤੋਂ ਗੁਰੂ ਇਹ ਕਰ ਥੋੜਾ ਸਦਿਹਾਂ ਹੀ ਆਇਆ ਜਾਵੇ, ਸੰਗਤਾਂ ਤੋਂ ਸਮਾਪਤੀ ਹੋਵੇ ਸਦਿਹਾਂ ਤੇ ਸਫ਼ਰ ਬਹੁਤ ਬਣ ਜਾਂਦਾ ਤੇ ਬਾਬਾ ਜੀ ਦੀ ਮਿਹਰ ਹੀ ਹੈ। ਜਲ ਪਾਣੀ ਅਸੀਂ ਛਕਿਆ ਨਹੀਂ, ਪ੍ਰਸ਼ਾਦਾ ਲੈ ਕੇ ਆਏ ਤੇ ਹੁਣ ਛਕਣਾ ਤੇ ਤੁਸੀਂ ਵੀ ਐਵੇਂ ਕਰਿਆ ਕਰੋ। ਜਾਂ ਤਾਂ ਫਿਰ ਛੱਕ ਹੀ ਆਇਆ ਕਰੋ, ਝਾਕ ਜੀ ਰਹਿੰਦੀ ਆ ਵੀ ਬਾਬਾ ਜੀ ਕਦੋਂ ਭੋਗ ਪਾਉਂਦੇ ਆ ਤੇ ਕਦੋਂ ਛਕਦੇ ਆ। ਇਹ ਵੀ ਕੰਮ ਨਵੇੜ ਹੀ ਲਿਆ ਕਰੋ ਪਹਿਲੇ ਹੀ, ਹੁਣ ਸਾਰੀ ਛਕ ਲਿਆ ਕਰੋ। ਤੇ ਐ ਹੁੰਦਾ ਵੀ ਭੋਗ ਪਾਓ, ਬੈਂਗਮਾਂ ਦਾ ਵੀ ਹੁੰਦਾ ਕਈਆਂ ਦਾ ਵੀ ਲੈ ਵੀ 12:30 ਵੱਜ ਗਿਆ ਹੁਣ ਪ੍ਰਸ਼ਾਦਾ ਜਾ ਕੇ ਛਕਣਾ ਤੇ ਇਹ ਤਾਂ ਮਿਹਰ ਹੀ ਹੈ। ਆ ਜਿਹੜਾ ਪ੍ਰਸ਼ਾਦਾ ਆ ਛਕਦੇ ਬ੍ਰਹਮ ਗਿਆਨੀ ਦੇ ਬਚਨ ਨੇ, ਇਹਨੇ ਉਹ ਪ੍ਰਸ਼ਾਦੇ ਦੀ ਭੁੱਖ ਹੀ ਨਹੀਂ ਲੱਗਣ ਦੇਣੀ। ਐਡੀ ਵੱਡੀ ਮਿਹਰ ਹੈ, ਭੁੱਖਾਂ ਗਵਾ ਦੇਣੀ। ਸੋ ਆਓ ਕਰਮਾਂ ਵਾਲੇ ਜੇ ਐਡੇ ਬ੍ਰਹਮ ਗਿਆਨੀ ਤੇ ਬਚਨ ਹੀ ਸੁਣ ਗਏ ਤਾਂ ਹੀ ਕਰਮਾਂ ਵਾਲੇ। ਸੋ ਇਸ ਕਰਕੇ ਅਰਦਾਸ ਕਰੋ, ਬੇਨਤੀ ਕਰੋ। ਭਾਗਾਂ ਦੇ ਨਾਲ ਸਮਾਂ ਬਣਿਆ। ਇੱਕ ਪਾਸੇ ਬਾਬਾ ਦੀਪ ਸਿੰਘ ਬੈਠਾ ਦਰਗਾਹ ਦੇ ਵਿੱਚ ਤੇ ਵਿਚਾਲੇ ਬੈਠਾ ਗੁਰੂ ਰਾਮਦਾਸ ਤੇ ਸਰੋਵਰ ਦੇ ਪਰਕਰਮਾ ਤੇ ਬੇਰੀ ਥੱਲੇ ਬੈਠਾ ਬਾਬਾ ਬੁੱਢਾ। ਦੇਖੋ ਤਿੰਨੇ ਜਗ ਜਿਉਂਦੇ ਆ ਦਾਤਾ ਤੇ ਭਗਤ ਸੂਰਮਾ। ਤਿੰਨੇ ਜਗ ਜਿਉਂਦੇ ਆ ਦਾਤਾ ਤੇ ਭਗਤ ਸੂਰਮਾ। ਤਿੰਨੇ ਜਗ ਜਿਉਂਦੇ ਐ 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 ਦਾਤਾ ਤੇ ਭਗਤ ਸੂਰਮਾ। ਭਗਤ ਤੇਰੇ ਮਨ ਭਾਵਦੇ ਦਰ ਸੋਹਣ ਕੀਰਤ ਗਾਵਦੇ। ਨਾਨਕ ਕਰਮਾ ਬਾਹਰੇ ਦਰ ਢੋਣਾ ਲੈਣੀ ਧਾਵਦੇ। खूब तेरी पगरी मीठे तेरे बोल, मीठे तेरे बोल। खूब तेरी पगरी मीठे तेरे बोल, मीठे तेरे बोल। खूब तेरी पगरी मीठे तेरे बोल, मीठे तेरे बोल। खूब तेरी पगरी मीठे तेरे बोल, मीठे तेरे बोल। खूब तेरी पगरी मीठे तेरे बोल, मीठे तेरे बोल। खूब तेरी पगरी मीठे तेरे बोल, मीठे तेरे बोल। खूब तेरी पगरी मीठे तेरे बोल, मीठे तेरे बोल। खूब तेरी पगरी मीठे तेरे बोल, मीठे तेरे बोल। 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 खूब तेरी पगरी मीठे तेरे बोल, मीठे तेरे बोल। खूब तेरी पगरी मीठे तेरे बोल, मीठे तेरे बोल। खूब तेरी पगरी मीठे तेरे बोल, मीठे तेरे बोल। खूब तेरी पगरी मीठे तेरे बोल, मीठे तेरे बोल। हर जस गायो संत जना मिल, हर जस गायो संत जना मिल। हर जस गायो संत जना मिल, हर जस गायो संत जना मिल। कोट जन्म के दुख गवायो, कोट जन्म के दुख गवायो। जो चाहत सोई मन पायो, जो चाहत सोई मन पायो। कर कृपान नाम दबायो, कर कृपा
ਸਰਬ ਸੁਖ ਹਰਿ ਨਾਮ ਵਡਾਈ। ਗੁਰ ਪ੍ਰਸਾਦ ਨਾਨਕ ਮਤ ਪਾਈ। ਗੁਰ ਪ੍ਰਸਾਦ ਨਾਨਕ ਮਤ ਪਾਈ। ਹਰ ਜਸ ਗਾਇਓ ਸੰਤ ਜਨਾਂ ਮਿਲ। ਹਰ ਜਸ ਗਾਇਓ ਸੰਤ ਜਨਾਂ ਮਿਲ। ਹਰ ਜਸ ਗਾਇਓ ਸੰਤ ਜਨਾ ਮਿਲ। ਹਰ ਜਸ ਗਾਇਓ ਸੰਤ ਜਨਾ ਮਿਲ। ਸ੍ਰੀ ਵਾਹਿਗੁਰੂ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸੋਰਠ ਮਹੱਲਾ ਪੰਜਵਾਂ। ਹਰ ਮਨ ਤਨ ਵਸਿਆ ਸੋਈ। ਜੈ ਜੈਕਾਰ ਕਰੇ ਸਭ ਗੁਰ ਪੂਰੇ ਕੀ ਵਡਿਆਈ। ਤਾਂ ਕੀ ਕੀਮਤ ਕਹੀ ਨਾ। ਹਰ ਮਨ ਤਨ ਵਸਿਆ ਸੋਈ। ਜੈ ਜੈਕਾਰ ਕਰੇ ਸਭ ਗੁਰ ਪੂਰੇ ਕੀ ਵਡਿਆਈ। ਤਾਂ ਕੀ ਕੀਮਤ ਕਹੀ ਨਾ। ਹਉ ਕੁਰਬਾਨ ਜਾਈ ਤੇਰੇ ਨਾਮ। ਜਿਸਨੋਂ ਬਖਸ਼ ਲੈ ਹੈ ਮੇਰੇ ਪਿਆਰੇ। ਸੋ ਜਸ ਤੇਰਾ ਗਾਵੇ। ਤੂੰ ਭਾਰੋ ਸੁਆਮੀ ਮੇਰਾ। ਸੰਤਾਂ ਪਰਵਾਸਾ ਤੇਰਾ। ਨਾਨਕ ਪ੍ਰਭ ਸਰਣਾਈ। ਮੁਖ ਨਿੰਦਕ ਕੈਸ਼ਾ। ਤੂੰ ਭਾਰੋ ਸੁਆਮੀ ਮੇਰਾ। ਸੰਤਾਂ ਪਰਵਾਸਾ। ਨਾਨਕ ਪ੍ਰਭ ਸਰਣਾਈ। ਮੁਖ ਨਿੰਦਕ ਕੈਸ਼ਾਈ। ਸਤਨਾਮ ਸ੍ਰੀ